ਕੀ ਤੁਸੀਂ ਆਪਣੀ ਬਾਈਬਲ ਤੋਂ ਜਾਣਨਾ ਚਾਹੁੰਦੇ ਹੋ ਕਿ ਯੀਸ਼ੂ ਸਾਨੂੰ ਕਿਵੇਂ ਬਚਾਉਣ ਜਾ ਰਿਹਾ ਹੈ ਇਸ ਵਿਗੜ ਰਹੇ ਗ੍ਰਹਿ ਤੋਂ? ਕੀ ਤੁਸੀਂ ਸਭ ਤੋਂ ਵੱਡੇ ਮਿਸ਼ਨ ਬਚਾਓ ਲਈ ਤਿਆਰ ਹੋ? ਧਰਤੀ ਦੇ ਸਾਰੇ ਇਤਿਹਾਸ ਵਿੱਚ ਮੈਂ ਤੁਹਾਨੂੰ ਇੱਕ ਰਾਜ਼ ਦੱਸਾਂ, ਪ੍ਰਭੂ ਗੁਪਤ ਵਿੱਚ ਕੁਝ ਨਹੀਂ ਰੱਖਦਾ। ਉਹ ਤੁਹਾਡੇ ਲਈ ਤੁਹਾਡੀ ਸਾਰੀ ਯੋਜਨਾਵਾਂ ਬਾਰੇ ਪਾਰਦਰਸ਼ੀ ਹੈ। ਆਓ ਅਧਿਐਨ ਕਰੀਏ। ਮੇਰਾ ਨਾਮ ਕੈਮੀ ਉਟਨਨ ਹੈ ਤੇ ਮੈਂ ਸਾਂਝਾ ਕਰਾਂਗੀ ਅਨਲੌਕਿੰਗ ਬਾਈਬਲ ਦੀਆਂ ਭਵਿੱਖਬਾਣੀਆਂ ਤੇ ਅਗਲੀ ਵੱਡੀ ਖਬਰ। अंतरराष्ट्रीय पद्धर ते महामारी दा फैलना, कोरोना वायरस ते ब्रेकिंग न्यूज़, ग्लोबल राजनीति ते हेरफेर, कुप्रबंधक ते भ्रष्टाचार, कुदरती आफतावां दा तेजी नाल वधना, आस्ट्रेलिया विच जंगल दी अग, दुनिया भर विच इन्हां दी चेतावनी। इस दा की मतलब है? इस दा की भविख है? बाइबल दी भविष्यवाणी ਨੂੰ ਪ੍ਰਕਾਸ਼ਿਤ ਕਰਨ ਦੇ ਇਸ ਸਫ਼ਰ ਵਿੱਚ, ਜਿਸ ਦਾ ਨਾਮ ਅਨਲੌਕਿੰਗ ਬਾਈਬਲ ਪ੍ਰੋਫੈਸੀ ਹੈ, ਅੰਤਰਰਾਸ਼ਟਰੀ ਵਕਤਾ ਕੈਮੀ ਹਿਊਮਨ ਨਾਲ ਜੁੜੇ ਅਨਲੌਕਿੰਗ ਬਾਈਬਲ ਪ੍ਰੋਫੈਸੀਜ਼ ਤੇ अपने संसार ਦੀ ਯਾਤਰਾਵਾਂ ਦੇ ਦੌਰਾਨ ਜ਼ਿੰਦਗੀ ਦੇ ਸੱਚੇ ਸੰਕਟ ਦਾ ਸਾਹਮਣਾ ਕੀਤਾ, ਪਰ ਇਹਨਾਂ ਦੇ ਵਿਚਕਾਰ ਉਮੀਦਾਂ ਤੇ ਚਮਤਕਾਰਾਂ ਨੂੰ ਖੋਜਿਆ। ਜੁੜੀਏ ਅੰਤਰਰਾਸ਼ਟਰੀ ਵਕਤਾ ਕੈਮੀ ਹਿਊਮਨ ਨਾਲ ਅਨਲੌਕਿੰਗ ਬਾਈਬਲ ਪ੍ਰੋਫੈਸੀਜ਼ ਤੇ, ਜਿਸ ਵਿੱਚ ਉਹ ਦੱਸਦੇ ਹਨ ਕਿਸ ਤਰ੍ਹਾਂ ਬਾਈਬਲ ਦੀ ਭਵਿੱਖਬਾਣੀਆਂ ਬੀਤੇ ਸਮੇਂ ਤੋਂ ਛੇਤੀ ਪੂਰੀਆਂ ਹੋ ਰਹੀਆਂ ਹਨ। ਕੀ ਹੈਰਾਨੀ ਵਾਲੀ ਗੱਲ ਨਹੀਂ ਕਿ ਅਸੀਂ ਇਕੱਠੇ ਹੋ ਚੁੱਕੇ ਹਾਂ 8 ਸੈਸ਼ਨਾਂ ਲਈ। ਕੀ ਤੁਸੀਂ ਇਸ ਪ੍ਰੋਗਰਾਮ ਨੂੰ ਪਹਿਲੀ ਵਾਰ ਵੇਖ ਰਹੇ ਹੋ? ਜੇ ਹਾਂ ਤਾਂ ਲਿੰਕ ਤੇ ਕਲਿੱਕ ਕਰੋ। ਨਾਲ ਹੀ ਤੁਸੀਂ ਸਾਡੇ ਆਰਕਾਈਵ ਕੀਤੇ ਪ੍ਰੋਗਰਾਮਾਂ ਨੂੰ ਲੱਭ ਸਕਦੇ ਹੋ awr.org/bible ਦੇ ਉੱਤੇ, ਤੇ ਨਾਲ ਉੱਥੇ ਕੁਝ ਬੋਨਸ ਸਰੋਤ ਵੀ। ਬੀਤੀ ਰਾਤ ਅਸੀਂ ਮੌਤ ਦੀ ਸੱਚਾਈ ਬਾਰੇ ਅਧਿਐਨ ਕੀਤਾ। ਮੈਂ ਪਿਆਰ ਕਰਦੀ ਹਾਂ ਕਿ ਕਿਵੇਂ ਬਾਈਬਲ ਇੰਨੀ ਸਪਸ਼ਟ ਹੈ ਕਿ ਇਹ ਸਾਨੂੰ ਦਿਲਾਸਾ ਵੀ ਦਿੰਦੀ ਹੈ ਤੇ ਭਰੋਸਾ ਕਿ ਜਦੋਂ ਯੀਸ਼ੂ ਸਾਨੂੰ ਉਸ ਮੌਤ ਬਾਰੇ 50 ਬਾਰੇ ਦੱਸਦਾ ਹੈ, ਕੇਵਲ ਇੱਕ ਪਲ ਦੀ ਇਹ ਨੀਂਦ ਹੈ ਜਦ ਤੱਕ ਉਹ ਸਾਨੂੰ ਜਗਾਉਂਦਾ ਨਹੀਂ ਹੈ, ਕਿਆਮਤ ਦੀ ਸਵੇਰ ਨੂੰ। ਕੀ ਤੁਸੀਂ ਜਾਣਦੇ ਹੋ ਕਿ ਸਾਰਾ ਸਵਰਗ ਇਸ ਵੇਲੇ ਜਸ਼ਨ ਮਨਾ ਰਿਹਾ ਹੈ ਤਾਂ ਤੁਹਾਡੇ ਬਚਾਅ ਹੋ ਸਕੇ? ਯੀਸ਼ੂ ਬ੍ਰਹਮੰਡ ਦਾ ਰਾਜਾ ਤੁਹਾਡੇ ਸਵਰਗੀ ਘਰ ਨੂੰ ਤਿਆਰ ਅਤੇ ਨਿੱਜੀ ਬਣਾ ਰਿਹਾ ਹੈ। ਇਸ ਮੌਕੇ ਤੇ ਅਸੀਂ ਅੱਜ ਰਾਤ ਨੂੰ ਇਸ ਸੱਚਾਈ ਨੂੰ ਵੇਖਣ ਜਾ ਰਹੇ ਹਾਂ। ਮੇਰੇ ਨਾਲ ਬਨੇ ਰਹੋ ਤੇ ਤੁਸੀਂ ਖੁਸ਼ ਹੋਵੋਗੇ ਕਿ ਰੱਬ ਦੀ ਯੋਜਨਾ ਤੁਹਾਡੇ ਬਾਰੇ ਕੀ ਹੈ। ਹੁਣ ਮੇਰੇ ਨਾਲ ਇੱਕ ਅਫਰੀਕਾ ਮਹਾਦਵੀਪ ਤੇ ਆਓ, ਜਿੱਥੇ ਮੈਂ ਅਸਦ ਨੂੰ ਮਿਲੀ। ਇੱਕ ਅਣਦੇਖੇ ਦੇਸ਼ ਵਿੱਚ ਆਮੋ ਸਾਹਮਣੇ ਉਹ ਸਾਡੇ ਵਫਾਦਾਰ ਰੇਡੀਓ ਪ੍ਰਸਾਰਕਾਂ ਵਿੱਚੋਂ ਇੱਕ ਹੈ ਅਤੇ ਉਸਦੀ ਕਹਾਣੀ ਸਾਡਾ ਅੱਜ ਮਦਦ ਕਰੇਗੀ ਅੱਜ ਦੇ ਵਿਸ਼ੇ ਬਚਾਅ ਬਾਰੇ ਸਮਝਣ ਨੂੰ। ਪਰ ਪਹਿਲਾਂ ਮੇਰੇ ਨਾਲ ਦੋਸਤੋ ਆਓ ਪ੍ਰਾਰਥਨਾ ਕਰੋ। ਪਿਆਰੇ ਸਵਰਗੀ ਪਿਤਾ, ਬਹੁਤ-ਬਹੁਤ ਧੰਨਵਾਦ ਸਾਨੂੰ ਅੱਜ ਰਾਤ ਦੁਬਾਰਾ ਇਕੱਠੇ ਕਰਨ ਦੇ ਲਈ, ਇਤਿਹਾਸ ਦੇ ਸਭ ਤੋਂ ਭਿਆਨਕ ਪਲ ਦਾ ਅਧਿਐਨ ਕਰਨ ਦੇ ਲਈ। ਪ੍ਰਭੂ, ਅਸੀਂ ਤੁਹਾਡੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ ਤੇ ਅਸੀਂ ਜਾਣਦੇ ਹਾਂ ਕਿ ਇਹ ਕਿੰਨਾ ਜਲਦੀ ਹੈ। ਅਸੀਂ ਚਿੰਨ੍ਹ ਵੇਖ ਰਹੇ ਹਾਂ, ਅਸੀਂ ਚੇਤਾਵਨੀਆਂ ਸੁਣ ਰਹੇ ਹਾਂ ਬਾਈਬਲ ਵਿੱਚ ਤੇ ਹੋਰ ਚੀਜ਼ਾਂ ਹੋ ਰਹੀਆਂ ਹਨ ਅਤੇ ਤੁਸੀਂ ਸਾਨੂੰ ਤਿਆਰ ਰਹਿਣਾ ਚਾਹੁੰਦੇ ਹੋ। ਇਸ ਲਈ ਅਸੀਂ ਤੁਹਾਡੇ ਆਉਣ ਦੀ ਸੱਚਾਈ ਜਾਣਨਾ ਚਾਹੁੰਦੇ ਹਾਂ ਪ੍ਰਭੂ, ਤੁਹਾਡੇ ਦੂਜੇ ਆਗਮਨ ਬਾਰੇ, ਤਾਂ ਜੋ ਅਸੀਂ ਤਿਆਰ ਹੋ ਸਕੀਏ। ਹੇ ਪ੍ਰਭੂ, ਇਸ ਬਚਾਅ ਲਈ ਤੁਹਾਡਾ ਧੰਨਵਾਦ ਜਿਸ ਦੀ ਅਸੀਂ ਸਾਰੇ ਉਡੀਕ ਕਰਦੇ ਹਾਂ ਅਤੇ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਯੀਸ਼ੂ ਦੇ ਅਨਮੋਲ ਸ਼ਕਤੀਸ਼ਾਲੀ ਨਾਮ ਵਿੱਚ ਆਮੀਨ। ਦੇਰ ਸ਼ਾਮ ਵਿੱਚ 1 ਵਜੇ ਅਸਦ ਨੇ ਬੂਹਾ ਬੰਦ ਕਰ ਦਿੱਤਾ ਐਡਵੈਂਟਿਸਟ ਵਰਲਡ ਰੇਡੀਓ ਸਟੇਸ਼ਨ ਵਿਖੇ ਆਪਣੇ ਦਫ਼ਤਰ ਨੂੰ। ਉਹ ਕਈ ਦਿਨਾਂ ਬਾਅਦ ਉੱਥੇ ਜਾਇਆ ਸੀ। ਅਸਦ ਬੱਸ ਵਿੱਚ ਸਵਾਰ ਹੋਇਆ ਅਤੇ ਉਹ ਕੁਝ ਵੀ ਉਸਨੂੰ ਅਸਧਾਰਨ ਨਹੀਂ ਜਾਪ ਰਿਹਾ ਸੀ। ਇਹ ਦਿਨ ਹੋਰਾਂ ਦਿਨਾਂ ਵਾਂਗ ਸੀ, ਸਿਰਫ ਅੱਜ ਉਹ ਆਪਣੇ ਦੇਸ਼ ਵਾਪਸ ਜਾਣ ਦੀ ਯਾਤਰਾ ਕਰ ਰਿਹਾ ਸੀ, ਇੱਕ ਛੋਟੀ ਮੁਲਾਕਾਤ ਦੇ ਲਈ। ਆਪਣੇ ਦੇਸ਼ ਵਿੱਚ ਧਾਰਮਿਕ ਅਤਿਆਚਾਰ ਦੇ ਬਾਵਜੂਦ ਅਸਦ ਆਪਣੇ ਲੋਕਾਂ ਨੂੰ ਯੀਸ਼ੂ ਨੂੰ ਜਾਣਨ ਦੀ ਇੱਛਾ ਰੱਖਦਾ ਸੀ ਅਤੇ ਉਹ ਇਸ ਨੂੰ ਲੈ ਕੇ ਬਹੁਤ ਉਤੇਜਿਤ ਸੀ। ਅਚਾਨਕ ਅਸਦ ਦੇ ਸਾਰੇ ਵਿਚਾਰਾਂ ਵਿੱਚ ਵਿਘਨ ਪੈ ਗਈ। 3 ਨਕਾਬਪੋਸ਼ ਵਿਅਕਤੀਆਂ ਨੇ ਵੈਨ ਨੂੰ ਰੋਕਿਆ ਅਤੇ ਉਹਨਾਂ ਦੀਆਂ ਤੋਪਾਂ ਖਿੱਚੀਆਂ ਗਈਆਂ। ਅਸਦ ਕੁਰਕਿਆ ਜਿਵੇਂ ਹੀ ਉਹ ਉਸਦੇ ਕੋਲ ਪਹੁੰਚੇ ਅਤੇ ਉਹ ਉਸਦੀ ਡਰਾਉਣੀ ਚੀਖਿਆ, ਇਹ ਉਹ ਆਦਮੀ ਹੈ ਜਿਸ ਨੂੰ ਅਸੀਂ ਲੱਭ ਰਹੇ ਹਾਂ। ਉਹਨਾਂ ਨੇ ਉਸਨੂੰ ਦੱਸਿਆ ਕਿ ਉਹ ਰੇਡੀਓ ਨਾਲ ਉਸ ਬਾਰੇ ਕੰਮ ਬਾਰੇ ਜਾਣਦੇ ਹਨ ਅਤੇ ਉਸ ਦੇ ਸੰਪਰਕ ਵਿੱਚ ਆਉਣਾ ਚਾਹੁੰਦੇ ਹਨ। ਉਸਦੇ ਉੱਤਰਾਂ ਤੋਂ ਅਸੰਤੁਸ਼ਟ ਹੋ ਕੇ ਉਹਨਾਂ ਨੇ ਉਸਨੂੰ ਇੱਕ ਵਿਸ਼ਾਲ ਖਾਲੀ ਜਹਾਜ਼ ਦੇ ਡੱਬੇ ਵਿੱਚ ਸੁੱਟ ਦਿੱਤਾ। ਤਾਜ਼ੀ ਹਵਾ ਤੇ ਧੁੱਪ ਤੋਂ ਬਾਹਰ ਹਨੇਰੇ ਵਿੱਚੋਂ ਬੈਠਾ ਸੀ। ਉਸਦੀ ਜੁਰਾਬਾਂ, ਜੁੱਤੀਆਂ ਅਤੇ ਜੈਕਟ ਉਹ ਲੈ ਗਏ ਤੇ ਅਸਦ ਅਤਿਅੰਤ ਸਥਿਤੀ ਤੋਂ ਬਹੁਤ ਆਪਣੇ ਦੁਖੀ ਸੀ। ਜਿਵੇਂ ਦਿਨ ਵਿੱਚ ਸੂਰਜ ਡੁੱਬਦਾ ਰਿਹਾ ਤਾਂ ਅੱਧੇ ਕੰਟੇਨਰ ਨੇ, ਜਦੋਂ ਰਾਤ ਹੋਈ ਤਾਂ ਤੇਜ਼ ਉਸਨੂੰ ਠੰਡ ਲੱਗਣ ਲੱਗ ਪਈ। ਭੋਜਨ ਜਾਂ ਪਾਣੀ ਤੋਂ ਬਿਨਾਂ ਅਸਦ ਬਹੁਤ ਜਲਦੀ ਬਿਮਾਰ ਹੋ ਗਿਆ। ਜਿਵੇਂ ਕਿ ਉਹ ਹਨੇਰੇ ਵਿੱਚ ਬੈਠਾ ਸੀ ਇਕੱਲਿਆਂ ਕੰਟੇਨਰ ਦੇ ਵਿੱਚ, ਉਸਦਾ ਮਨ ਬਚਪਨ ਵਿੱਚ ਵਾਪਸ ਚਲਾ ਗਿਆ। ਉਸ ਰਾਤ ਵੇਲੇ ਉਸਦੇ ਪਿੰਡ ਤੇ ਛਾਪੇਮਾਰੀ ਕੀਤੇ ਜਾਣ ਦਾ ਦ੍ਰਿਸ਼ ਉੱਤੇ ਉਸਦੇ ਅੱਗੇ ਉਹ ਭੜਕ ਉੱਠੇ। ਉਹਨਾਂ ਬੰਦਿਆਂ ਨੇ ਮਾਸਕ ਵੀ ਪਹਿਨੇ ਸੀ। ਕਿਸੇ ਤਰ੍ਹਾਂ ਉਹ ਬਚ ਨਿਕਲਿਆ ਅਤੇ ਉਹ ਆਪਣੀ ਸਾਰੀ ਤਾਕਤ ਨਾਲ ਦੌੜਿਆ ਹਨੇਰੇ ਵਿੱਚ ਇਕੱਲੇ। ਉਹ ਪਹਿਲੀ ਵਾਰ ਹੈਰਾਨ ਹੋਇਆ ਕਿ ਮੇਰਾ ਕੀ ਬਣੇਗਾ। ਅਸਦ ਯਾਦ ਕਰਨ ਲੱਗਾ ਕਿ ਇੱਕ ਅਨਾਥ ਆਸ਼ਰਮ ਸੀ ਤੇ ਉਸਨੂੰ ਉੱਥੇ ਮੁੰਡਿਆਂ ਦੇ ਨਾਲ ਲਿਜਾਇਆ ਗਿਆ ਜਿਸ ਨੇ ਉਸਨੂੰ ਐਡਵੈਂਟਿਸਟ ਵਰਲਡ ਰੇਡੀਓ ਨਾਲ ਪੇਸ਼ ਕੀਤਾ ਸੀ। ਉਹ ਇਕੱਠੇ ਹੋ ਕੇ ਸੁਣਦੇ ਸਨ
ਔਰ ਇਹ ਜਾਣਦੇ ਹੋਏ ਕਿ ਜੇ ਉਹ ਫੜੇ ਜਾਣ ਤਾਂ ਉਹਨਾਂ ਨੂੰ ਸਜ਼ਾ ਮਿਲੇਗੀ, ਕਿਉਂਕਿ ਉੱਥੇ ਈਸਾਈ ਧਰਮ ਦੀ ਆਗਿਆ ਨਹੀਂ ਸੀ। ਪਰ ਇਸ ਦੇ ਬਾਵਜੂਦ ਉਹ ਸੱਚਾਈ ਨੂੰ ਜਾਣਨ ਦੇ ਲਈ ਬਣੇ ਰਹੇ। ਫਿਰ ਇੱਕ ਦਿਨ ਸੀ ਜਦੋਂ ਅਨਾਥ ਆਸ਼ਰਮ ਦੇ ਨਿਰਦੇਸ਼ਕ ਨੇ ਅਸਦ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ, ਕਿਉਂਕਿ ਹੁਣ ਅਸਦ ਦੀ ਉਮਰ ਕਾਫੀ ਹੋ ਗਈ ਸੀ ਤੇ ਉਸ ਨੂੰ ਹੁਣ ਯਤੀਮਖਾਨੇ ਨੂੰ ਛੱਡ ਕੇ ਜਾਣਾ ਲਾਜ਼ਮੀ ਸੀ। ਜਦੋਂ ਉਹ ਤੋਂ ਤੁਰ ਰਿਹਾ ਸੀ ਤਾਂ ਉਸ ਦਾ ਦਿਲ ਬਹੁਤ ਦੁਖੀ ਸੀ ਕਿ ਉਹ ਕਦੇ ਵਾਪਸ ਨਹੀਂ ਪਰਤੇਗਾ, ਤੇ ਫਿਰ ਉਹ ਹੈਰਾਨ ਹੋ ਕੇ ਸੋਚ ਰਿਹਾ ਸੀ ਕਿ ਮੇਰਾ ਕੀ ਬਣੇਗਾ। ਹੁਣ ਉਹ ਇਕੱਲੇ ਧਾਤ ਦੇ ਸਮੁੰਦਰੀ ਜਹਾਜ਼ ਵਿੱਚ ਬੈਠਾ ਵੀ ਇਹੀ ਸੋਚ ਰਿਹਾ ਸੀ। ਉਹੀ ਸਵਾਲ ਵਿਚਾਰਦਿਆਂ ਸੀ ਕਿ ਇਕੱਲੇ ਬੱਚੇ ਅਤੇ ਅਪਾਹਜ ਅਨਾਥ ਹੋਣ ਦੇ ਨਾਤੇ ਅਸਦ ਨੇ ਅੱਖਾਂ ਬੰਦ ਕੀਤੀਆਂ ਅਤੇ ਸੋਚਿਆ AWR ਨਾਲ ਉਸਦੇ ਕੰਮ ਬਾਰੇ। ਉਸਦੇ ਘਰ ਦੇ ਦੇਸ਼ ਦੇ ਅਸਦ ਨੂੰ ਛੱਡਦਿਆਂ ਹੀ ਐਡਵੈਂਟਿਸਟ ਰੇਡੀਓ ਪ੍ਰੋਗਰਾਮਾਂ ਦਾ ਨਿਰਮਾਣ ਕਰਦਾ ਰਿਹਾ ਸੀ ਉਸਦੀ ਮਾਂ ਬੋਲੀ ਵਿੱਚ। ਉੱਥੇ ਈਸਾਈ ਧਰਮ ਦੀ ਮਨਾਹੀ ਸੀ, ਪਰ ਰੇਡੀਓ ਸੰਦੇਸ਼ ਲੈ ਕੇ ਜਾ ਸਕਦਾ ਸੀ ਜੋ ਮਿਸ਼ਨਰੀ ਨਹੀਂ ਕਰ ਸਕਦੇ ਸਨ। ਅਸਦ ਹੈਰਾਨ ਸੀ ਕਿ ਉਸਦਾ ਕੀ ਬਣੇਗਾ ਰੇਡੀਓ ਪ੍ਰੋਗਰਾਮ ਤੇ ਹੁਣ। ਜੇ ਉਹ ਵਾਪਸ ਨਾ ਗਿਆ ਤਾਂ ਉਸਦਾ ਕੰਮ ਕੌਣ ਜਾਰੀ ਰੱਖੇਗਾ। ਦਿਨ ਅਤੇ ਹਫ਼ਤੇ ਲੰਘਦੇ ਗਏ। ਅਸਦ ਨੂੰ ਅਚਾਨਕ ਕੰਟੇਨਰ ਤੋਂ ਛੱਡ ਦਿੱਤਾ ਗਿਆ, ਪਰ ਅਣਮਨੁੱਖੀ ਸਥਿਤੀ ਦੇ ਵਿੱਚ, ਭੁੱਖੇ ਕੁੱਟੇ ਹੋਏ ਹਾਲਾਤ ਦੇ ਵਿੱਚ। ਉਸਨੇ ਕਿਸੇ ਵੀ ਮਨੁੱਖ ਨਾਲੋਂ ਵਧੇਰੇ ਸਿਆ ਸੀ ਅਤੇ ਇੱਕ ਦਿਨ ਬਿਨਾਂ ਕਿਸੇ ਨੋਟਿਸ ਦੇ ਉਸਦੇ ਹੱਥ ਬੇਬੁਨਿਆਦ ਸਨ ਅਤੇ ਉਸਨੂੰ ਦੱਸਿਆ ਗਿਆ ਕਿ ਉਹ ਵਾਪਸ ਘਰ ਪਰਤ ਸਕਦਾ ਹੈ। ਉਹ ਸ਼ਾਇਦ ਹੀ ਇਸ ਤੇ ਵਿਸ਼ਵਾਸ ਕਰ ਸਕਦਾ ਸੀ। ਉਹ ਆਜ਼ਾਦ ਸੀ ਅਤੇ ਉਹ ਪ੍ਰਭੂ ਦੀ ਉਸਤਤ ਕਰਨ ਲੱਗ ਪਿਆ। ਜਿਵੇਂ ਉਹ ਦੁਬਾਰਾ ਬੱਸ ਵਿੱਚ ਚੜ੍ਹਿਆ, ਇੱਕ ਵਾਰ ਆਪਣੇ ਪਰਿਵਾਰ ਲਈ ਅਤੇ ਰੇਡੀਓ ਸਟੇਸ਼ਨ ਦੇ ਕੰਮ ਦੇ ਲਈ ਉਹ ਵਾਪਸ ਜਾਣ ਲੱਗਾ। ਦੁਖਦਾਈ ਤਜਰਬੇ ਦੇ ਬਾਵਜੂਦ ਅਸਦ ਉੱਥੇ ਲੰਘਿਆ। ਉਸਨੂੰ ਪ੍ਰਭੂ ਤੇ ਪੂਰਾ ਭਰੋਸਾ ਸੀ ਕਿ ਉਹਨਾਂ ਨੇ ਉਸਨੂੰ ਸੁਰੱਖਿਅਤ ਰੱਖਿਆ, ਤੇ ਉਹ ਜਾਣਦਾ ਸੀ ਕਿ ਜਿੰਨਾ ਚਿਰ ਰੱਬ ਚਾਹੁੰਦਾ ਹੈ ਇਹਨਾਂ ਪ੍ਰੋਗਰਾਮਾਂ ਦਾ ਨਿਰਮਾਣ ਕਰਨ ਲਈ ਉਸਨੂੰ, ਤਾਂ ਉਸਨੂੰ ਕੋਈ ਵੀ ਚੀਜ਼ ਦੁਨੀਆ ਦੀ ਨਹੀਂ ਰੋਕ ਸਕਦੀ। ਦੋਸਤੋ, ਉਸ ਕੋਲ ਨਾ ਸਿਰਫ ਸ਼ਾਨਦਾਰ ਯੋਜਨਾਵਾਂ ਹਨ ਸਾਨੂੰ ਇਸ ਧਰਤੀ ਤੋਂ ਬਚਾਉਣ ਦੇ ਲਈ, ਜਿਹੜੀਆਂ ਕਿ ਹਜ਼ਾਰਾਂ ਸਾਲ ਪਹਿਲਾਂ ਗਤੀ ਵਿੱਚ ਸਥਾਪਿਤ ਕੀਤੀਆਂ ਗਈਆਂ ਸਨ, ਪਰ ਉਹ ਸਾਨੂੰ ਹਰ ਰੋਜ਼ ਮਨੁੱਖੋਂ ਬਚਾਉਂਦਾ ਹੈ ਚਮਤਕਾਰੀ ਪਲਾਂ ਦੇ ਨਾਲ, ਜਿਵੇਂ ਅਸੀਂ ਆਪਣੀ ਜ਼ਿੰਦਗੀ ਵਿੱਚ ਚੱਲਦੇ ਹਾਂ, ਜਿਵੇਂ ਕਿ ਅਸਦ ਦੇ ਤਜਰਬੇ ਵਾਂਗ। ਸਾਡਾ ਪ੍ਰਭੂ ਸਾਨੂੰ ਮੌਤ ਦੇ ਚੰਗੁਲ ਤੋਂ ਬਚਾਵੇਗਾ। ਜੇ ਇਹ ਬਾਈਬਲ ਵਿੱਚ ਹੈ ਤਾਂ ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ, ਅਤੇ ਜੇ ਬਾਈਬਲ ਵਿੱਚ ਸਹਿਮਤ ਇਸ ਨਾਲ ਨਹੀਂ ਹੈ ਤਾਂ ਇਹ ਮੇਰੇ ਲਈ ਨਹੀਂ ਹੈ। ਕੀ ਤੁਸੀਂ ਜਾਣਦੇ ਹੋ ਕਿ ਨਵੇਂ ਨਿਯਮ ਵਿੱਚ 11 ਵਿੱਚੋਂ ਇੱਕ ਆਇਤ ਯਿਸੂ ਮਸੀਹ ਦੇ ਵਾਪਸ ਆਗਮਨ ਦੇ ਬਾਰੇ ਗੱਲ ਕਰਦੀ ਹੈ। 2500 ਵਾਰ ਇਸ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ। ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਵਿੱਚ ਹਰ ਭਵਿੱਖਬਾਣੀ ਧਰਤੀ ਦੇ ਇਤਿਹਾਸ ਨੂੰ ਬਣਾਉਂਦੀ ਹੈ। ਉਹ ਯਿਸੂ ਦੇ ਦੂਜੇ ਆਗਮਨ ਦੇ ਬਾਰੇ ਦੱਸਦੀ ਹੈ, ਜੋ ਕਿ ਸਾਡਾ ਨਿੱਜੀ ਬਚਾਓ ਹੈ। ਤੁਸੀਂ ਪ੍ਰਕਾਸ਼ ਦੀ ਪੋਥੀ ਦੇਖਦੇ ਹੋ ਤਾਂ ਉਸ ਵਿੱਚ ਕੇਂਦਰ ਯਿਸੂ ਹੈ। ਇਹ ਅਜਗਰ ਨਹੀਂ ਹੈ, ਇਹ ਸੱਤਮੁਖੀ ਜਾਨਵਰ ਨਹੀਂ ਹੈ। ਪ੍ਰਕਾਸ਼ ਦੀ ਪੋਥੀ 14:14 ਕਹਿੰਦਾ ਹੈ, ਫਿਰ ਮੈਂ ਵੇਖਿਆ ਅਤੇ ਵੇਖੋ ਇੱਕ ਚਿੱਟਾ ਬੱਦਲ, ਅਤੇ ਬੱਦਲ ਦੇ ਉੱਤੇ ਇੱਕ ਮਨੁੱਖ ਦੇ ਪੁੱਤਰ ਵਰਗਾ ਇੱਕ ਬੈਠਾ ਸੀ। ਉਸਦੇ ਸਿਰ ਤੇ ਸੀ ਇੱਕ ਸੁਨਹਿਰੀ ਤਾਜ ਅਤੇ ਉਸਦੇ ਹੱਥ ਵਿੱਚ ਸੀ ਇੱਕ ਤਿੱਖੀ ਦਾਤਰੀ। ਜਦੋਂ ਪ੍ਰਕਾਸ਼ ਦੀ ਪੋਥੀ ਤਸਵੀਰ ਦਿਖਾਉਂਦੀ ਹੈ ਯਿਸੂ ਦੇ ਆਉਣ ਦੇ ਬਾਰੇ, ਇਹ ਇਸ ਨੂੰ ਆਉਣ ਵਾਲਾ ਚਰਿੱਤਰ ਕਰਦੀ ਹੈ ਅਤੇ ਉਸਦੇ ਸਿਰ ਦੇ ਉੱਤੇ ਤਾਜ ਹੈ, ਕਿਉਂਕਿ ਉਹ ਵਾਪਸ ਆਇਆ ਹੈ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦੇ ਪ੍ਰਭੂ ਹੋਣ ਦੇ ਨਾਤੇ। ਤੁਸੀਂ ਦੇਖੋਗੇ ਕਿ ਬਾਈਬਲ ਇਸ ਤਰ੍ਹਾਂ ਨਹੀਂ ਕਹਿੰਦੀ। ਯਿਸੂ ਦਾ ਦੂਜਾ ਆਗਮਨ ਚੁੱਪਚਾਪ ਜਾਂ ਗੁਪਤ ਰੂਪ ਵਿੱਚ ਇਸ ਦੁਨੀਆ ਦੇ ਵਿੱਚ ਆਉਣ ਵਰਗਾ ਹੋਵੇਗਾ। ਕੀ ਮਸੀਹੀ ਲੋਕ ਇਹ ਆਸ ਰੱਖ ਸਕਦੇ ਹਾਂ ਕਿ ਯਿਸੂ ਮਸੀਹ ਦਾ ਜਿਹੜਾ ਦੂਜਾ ਆਗਮਨ ਹੈ, ਜਿਵੇਂ ਬਾਈਬਲ ਸਾਨੂੰ ਪ੍ਰਦਰਸ਼ਿਤ ਕਰਦੀ ਹੈ, ਉਸ ਤੋਂ ਵੱਖਰਾ ਹੋਵੇਗਾ? ਯਰੂਸ਼ਲਮ ਦੇ ਲੋਕ ਪਰੇਸ਼ਾਨ ਸਨ, ਹੈਰਾਨ ਸਨ, ਤੇ ਉਹ ਤਿਆਰ ਨਹੀਂ ਸਨ ਜਦੋਂ ਯਿਸੂ ਇਸ ਧਰਤੀ ਤੇ ਪਹਿਲੀ ਵਾਰ ਆਇਆ ਸੀ। ਇੱਕ ਗਰੀਬ ਪਰਿਵਾਰ ਦੇ ਵਿੱਚ ਖਾਮੋਸ਼ ਅਤੇ ਸ਼ਾਂਤ ਅਤੇ ਨਿਮਰ ਤੌਰ ਤੇ ਇੱਕ ਬੱਚੇ ਦੇ ਰੂਪ ਦੇ ਵਾਂਗ। ਬਦਕਿਸਮਤੀ ਦੇ ਨਾਲ ਲੋਕ ਮਸੀਹ ਦੇ ਦੂਜੇ ਆਗਮਨ ਨੂੰ ਪਹਿਲੇ ਆਗਮਨ ਵਰਗਾ ਸਮਝ ਰਹੇ ਸਨ। ਉਹ ਬਿਲਕੁਲ ਇਸ ਤੋਂ ਵੱਖਰਾ, ਉਲਟ ਦੀ ਉਮੀਦ ਕਰ ਰਹੇ ਸਨ। ਉਹ ਰੋਮ ਨੂੰ ਹਰਾਉਣ ਵਾਲੇ ਇੱਕ ਜੇਤੂ ਦੀ ਉਮੀਦ ਕਰ ਰਹੇ ਸਨ, ਕਿਉਂਕਿ ਉਹ ਉਸ ਦੇ ਰਾਜ ਹੇਠ ਦੱਬੇ ਹੋਏ ਸਨ। ਇਸ ਲਈ ਯਹੂਦੀਆਂ ਨੇ ਸੋਚਿਆ ਕਿ ਇੱਕ ਰਾਜਾ ਆਵੇਗਾ ਤੇ ਉਹਨਾਂ ਨੂੰ ਪ੍ਰਬੰਧਕੀ ਸ਼ਕਤੀ ਦੁਆਰਾ ਮੁੜ ਸਥਾਪਿਤ ਕਰੇਗਾ ਰੋਮ ਤੇ, ਅਤੇ ਪਾਸਾ ਪਲਟ ਜਾਵੇਗਾ। ਇਤਿਹਾਸ ਆਪਣੇ ਆਪ ਨੂੰ ਦੁਹਰਾਉਣ ਦਾ ਇੱਕ ਤਰੀਕਾ ਹੈ। ਬਹੁਤ ਸਾਰੇ ਮਸੀਹ ਅੱਜ ਯਿਸੂ ਦੀ ਉਮੀਦ ਕਰ ਰਹੇ ਹਨ ਕਿ ਯਿਸੂ ਦਾ ਦੂਜਾ ਆਗਮਨ ਬਿਲਕੁਲ ਵੱਖ ਹੋਵੇਗਾ, ਜੋ ਕਿ ਬਾਈਬਲ ਸਾਨੂੰ ਦਰਸਾਉਂਦੀ ਹੈ। ਬਾਈਬਲ ਨੇ ਸਪਸ਼ਟ ਤੌਰ ਤੇ ਦੱਸਿਆ ਹੈ। ਯਿਸੂ ਨੇ ਸਾਨੂੰ ਅਸਲੀ ਵੇਰਵੇ ਅਤੇ ਨਿਸ਼ਚਿਤ ਸੰਕੇਤ ਬਾਈਬਲ ਦੇ ਵਿੱਚ ਦਿੱਤੇ ਹਨ ਆਪਣੇ ਦੂਜੇ ਆਗਮਨ ਬਾਰੇ, ਤਾਂ ਜੋ ਅਸੀਂ ਨਕਲੀ ਮਸੀਹ ਤੋਂ ਬਚ ਸਕੀਏ ਤੇ ਅੰਤਰ ਕਰ ਸਕੀਏ। ਉਹ ਆਪਣੇ ਸਿਰ ਤੇ ਸੋਨੇ ਦਾ ਤਾਜ ਲੈ ਕੇ ਆ ਰਿਹਾ ਹੈ। ਬਾਈਬਲ ਸਦਾ ਤੋਂ ਮਸੀਹ ਦੇ ਆਉਣ ਦੀ ਜਿਹੜੀ ਤਸਵੀਰ ਪੇਸ਼ ਕਰਦੀ ਹੈ ਕਿ ਉਹ ਸ਼ਕਤੀ ਅਤੇ ਮਹਿਮਾ ਵਿੱਚ ਆਵੇਗਾ। ਜੋ ਤੁਸੀਂ ਪ੍ਰਕਾਸ਼ ਦੀ ਪੋਥੀ ਵੇਖਦੇ ਹੋ, ਇਹ ਹਮੇਸ਼ਾ ਉਸ ਸਵਰਗੀ ਸ਼ਾਨ ਵਿੱਚ ਆਉਣ ਵਜੋਂ ਸਾਨੂੰ ਦਰਸਾਉਂਦਾ ਹੈ। ਆਓ 19:11 ਵੇਖੀਏ। ਹੁਣ ਮੈਂ ਸਵਰਗ ਨੂੰ ਖੁੱਲਿਆ ਵੇਖਿਆ ਤੇ ਉਸ ਦੇ ਉੱਤੇ ਇੱਕ ਚਿੱਟਾ ਘੋੜਾ ਸੀ, ਅਤੇ ਉਹ ਜਿਸਨੇ ਉਸ ਦੇ ਉੱਤੇ ਬੈਠਿਆ ਉਸ ਨੂੰ ਵਿਸ਼ਵਾਸ ਯੋਗ ਬੁਲਾਇਆ ਗਿਆ, ਅਤੇ ਸੱਚ ਹੈ ਅਤੇ ਧਾਰਮਿਕਤਾ ਵਿੱਚ ਉਹ ਨਿਰਣਾ ਕਰਦਾ ਹੈ ਅਤੇ ਯੁੱਧ ਕਰਦਾ ਹੈ। ਆਇਤ 14, ਅਤੇ ਸਵਰਗ ਵਿੱਚ ਫੌਜਾਂ ਨੇ ਕੱਪੜੇ ਪਹਿਨੇ ਚਿੱਟੇ ਅਤੇ ਸਾਫ਼ ਸੁਥਰੇ ਲਿਨਨ ਦੇ ਬਾਅਦ
ਉਹ ਚਿੱਟੇ ਘੋੜਿਆਂ ਤੇ ਬਾਈਬਲ ਇਸ ਯੀਸ਼ੂ ਨੂੰ ਤਸਵੀਰ ਕਿਵੇਂ ਬਤਾਉਂਦੀ ਹੈ? ਪ੍ਰਤੀਕ ਵਜੋਂ ਚਿੱਟੇ ਘੋੜੇ ਤੇ ਉਹ ਆ ਰਿਹਾ ਹੈ। ਚਿੱਟਾ ਘੋੜਾ ਸ਼ੁੱਧਤਾ ਦਾ ਪ੍ਰਤੀਕ ਹੈ, ਜਿੱਤ ਦਾ ਪ੍ਰਤੀਕ ਹੈ। ਜਦ ਯੀਸ਼ੂ ਸੋਨੇ ਦਾ ਤਾਜ ਲੈ ਕੇ ਆਉਂਦਾ ਹੈ, ਉਸਦੇ ਚਿੱਤ ਉੱਤੇ ਇੱਕ ਚਿੱਟਾ ਘੋੜਾ ਸਵਾਰ ਉਸ ਨੂੰ ਇੱਕ ਜੇਤੂ ਜਨਰਲ ਵੱਲੋਂ ਦਰਸਾਇਆ ਗਿਆ ਹੈ। ਬੁਰਾਈ ਦੀਆਂ ਸਾਰੀਆਂ ਤਾਕਤਾਂ ਨੂੰ ਹਰਾਉਣ ਲਈ ਆਉਣ ਵਾਲਾ ਹੈ। ਯੀਸ਼ੂ ਜਿੱਤ ਅਤੇ ਸ਼ਾਨ ਨਾਲ ਵਾਪਸ ਪਰਤਦਾ ਹੈ। ਪ੍ਰਕਾਸ਼ ਦੀ ਪੋਥੀ 11:15 ਦੁਨੀਆ ਦੇ ਰਾਜ ਸਾਡੇ ਪ੍ਰਭੂ ਦੇ ਰਾਜ ਬਣ ਗਏ ਹਨ ਅਤੇ ਉਸ ਦੇ ਮਸੀਹ ਬਾਰੇ, ਅਤੇ ਉਹ ਰਾਜ ਕਰੇਗਾ ਹਮੇਸ਼ਾ ਤੇ ਸਦਾ ਤੀਕਰ ਦੇ ਲਈ। ਜਦੋਂ ਯੀਸ਼ੂ ਆਵੇਗਾ ਤਾਂ ਵੱਡਾ ਵਿਵਾਦ ਖਤਮ ਹੋ ਜਾਵੇਗਾ। ਪਾਪ ਅਤੇ ਪਾਪੀ ਹੁਣ ਨਹੀਂ ਹੋਣਗੇ। ਯੀਸ਼ੂ ਆਉਣਾ ਕੋਈ ਰਹੱਸਮਈ ਘਟਨਾ ਨਹੀਂ ਰਹੇਗੀ। ਉਹ ਸਾਰੇ ਬ੍ਰਹਮੰਡ ਉੱਤੇ ਰਾਜ ਕਰਨ ਲਈ ਆਵੇਗਾ ਤੇ ਉਸ ਦੀ ਆਰਾਧਨਾ ਅਤੇ ਪ੍ਰਸ਼ੰਸਾ ਕੀਤੀ ਜਾਵੇਗੀ ਸਦਾ ਅਤੇ ਸਦਾ ਦੇ ਛੁਟਕਾਰੇ ਦੁਆਰਾ। ਇੱਥੇ ਦੋ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹਨ ਕਿ ਬਹੁਤ ਸਾਰੇ ਦੂਜੇ ਆਗਮਨ ਬਾਰੇ ਜੋ ਪੁੱਛਦੇ ਹਨ। ਪਹਿਲਾ, ਯੀਸ਼ੂ ਦੂਜੀ ਵਾਰ ਵਾਪਸ ਕਿਵੇਂ ਆਵੇਗਾ? ਨੰਬਰ ਦੂਜਾ, ਮੈਂ ਕਿਵੇਂ ਜਾਣ ਸਕਦਾ ਹਾਂ ਜਾਂ ਸਕਦੀ ਹਾਂ ਕਿ ਮੈਂ ਤਿਆਰ ਹੋਵਾਂਗੀ ਜਦੋਂ ਉਹ ਵਾਪਸ ਆਵੇਗਾ? ਬਾਈਬਲ ਦੋਵਾਂ ਪ੍ਰਸ਼ਨਾਂ ਦੇ ਉੱਤਰ ਸਪਸ਼ਟ ਜਵਾਬ ਦਿੰਦੀ ਹੈ। ਪਰਮਾਤਮਾ ਦੀ ਅੰਤ ਸਮੇਂ ਦੀ ਯੋਜਨਾ ਉਸਦੇ ਵਚਨ ਵਿੱਚ ਪ੍ਰਗਟ ਹੁੰਦੀ ਹੈ। ਯੀਸ਼ੂ ਸਪਸ਼ਟ ਤੌਰ ਤੇ ਇੱਕ ਧੋਖੇ ਦਾ ਵਰਣਨ ਕਰਦਾ ਹੈ ਉਸਦੀ ਵਾਪਸੀ ਤੋਂ ਪਹਿਲਾਂ ਕਿਸ ਤਰ੍ਹਾਂ ਜੋ ਹੋਵੇਗਾ। ਲੂਕਾ 17:23 ਦੇ ਵਿੱਚ, ਅਤੇ ਉਹ ਤੁਹਾਨੂੰ ਆਖਣਗੇ ਦੇਖੋ ਇੱਥੇ ਜਾਂ ਉੱਥੇ ਦੇਖੋ, ਉਹਨਾਂ ਦੇ ਮਗਰ ਨਾ ਜਾਓ ਅਤੇ ਉਹਨਾਂ ਦੀ ਪਾਲਣਾ ਨਾ ਕਰੋ। ਦੂਜੇ ਸ਼ਬਦਾਂ ਵਿੱਚ ਜੇ ਕੋਈ ਕਹਿੰਦਾ ਹੈ ਉਹ ਯੀਸ਼ੂ ਇਸ ਸਮੇਂ ਗੁਪਤ ਰੂਪ ਵਿੱਚ ਮਿਲ ਰਿਹਾ ਹੈ, ਟੋਕੀਓ ਵਿੱਚ ਜਾਂ ਨਿਊਯਾਰਕ ਵਿੱਚ ਕੁਝ ਚੁਣੇ ਹੋਏ ਲੋਕਾਂ ਦੇ ਨਾਲ, ਜਾਂ ਕਿਸੇ ਗੁਪਤ ਮੰਦਰ ਦੇ ਚੈਂਬਰ ਦੇ ਵਿੱਚ ਇੱਕ ਵਿਸ਼ੇਸ਼ ਧਾਰਮਿਕ ਸਮੂਹ ਦੇ ਨਾਲ, ਜਾਂ ਇਸ ਵੇਲੇ ਉਹ ਬਹੁਤ ਸਾਰੇ ਚੇਲੇ ਇਕੱਤਰਿਤ ਕਰ ਰਿਹਾ ਹੈ ਮਾਰੂਥਲ ਵਿੱਚ ਜਾਂ ਧਰਤੀ ਉੱਤੇ ਕਿਤੇ ਵੀ, ਅਸੀਂ ਜਾਣ ਸਕਦੇ ਹਾਂ ਕਿ ਇਹ ਸਾਰੇ ਦਾਅਵੇ ਝੂਠੇ ਹਨ। ਉਹਨਾਂ ਦੇ ਪਿੱਛੇ ਨਾ ਭੱਜੋ। ਲੂਕਾ 17:24 ਬਿਜਲੀ ਵਾਂਗ ਜਿਹੜਾ ਸਵਰਗ ਦੇ ਇੱਕ ਹਿੱਸੇ ਤੋਂ ਬਾਹਰ ਭੜਕਦਾ ਹੈ, ਸਵਰਗ ਦੇ ਹੇਠਾਂ ਦੂਜੇ ਹਿੱਸੇ ਤੇ ਚਮਕਦਾ ਹੈ, ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਸ ਦਿਨ ਹੋਵੇਗਾ। ਕ੍ਰਿਸ ਅਚਾਨਕ ਹਾਲੀਵੁੱਡ ਦੇ ਇੱਕ ਟਾਕ ਸ਼ੋਅ ਵਿੱਚ ਦਿਖਾਈ ਨਹੀਂ ਦੇਵੇਗਾ ਜਾਂ ਪੈਰਿਸ ਦੀ ਸੜਕਾਂ ਤੇ ਚਮਤਕਾਰ ਕਰਨ ਵਾਲੇ। ਸਾਡਾ ਯੀਸ਼ੂ ਕੁਝ ਵੱਡੀ ਸੜਕਾਂ ਉੱਤੇ ਨਹੀਂ ਜਾਵੇਗਾ ਇਸ ਸੰਸਾਰ ਦੀ। ਸਾਡਾ ਯੀਸ਼ੂ ਸ਼ੇਖੀ ਮਾਰਦਾ ਹੋਇਆ ਹੱਥ ਫੜ ਕੇ ਨਹੀਂ ਕਹੇਗਾ ਕਿ ਮੈਂ ਮਸੀਹ ਹਾਂ। ਉਹ ਬਿਜਲੀ ਦੀ ਤਰ੍ਹਾਂ ਆ ਰਿਹਾ ਹੈ ਜਿਹੜੀਆਂ ਰੌਸ਼ਨੀਆਂ ਹਨ ਅਤੇ ਸਾਰੇ ਆਸਮਾਨ ਵਿੱਚ ਚਮਕਦੀਆਂ ਹਨ। ਮਸੀਹ ਉੱਪਰੋਂ ਹੇਠਾਂ ਆ ਰਿਹਾ ਹੈ, ਉਹ ਹੇਠੋਂ ਨਹੀਂ ਉੱਠੇਗਾ। ਉਹ ਕਥਾ ਯਾਦ ਕਰੋ ਜੋ ਮੈਂ ਤੁਹਾਨੂੰ ਕੱਲ ਰਾਤੀ ਦੱਸੀ ਸੀ ਕਿ ਕਿਵੇਂ ਨਿਕ ਨੇ ਚੇਤਾਵਨੀ ਦਿੱਤੀ ਸੀ ਕਿ ਉਹ ਦੇਵੀ ਜਲਦੀ ਹੀ ਆਵੇਗੀ ਧਰਤੀ ਦੇ ਹੇਠਾਂ ਤੋਂ। ਜੇ ਤੁਸੀਂ ਉਸ ਕਹਾਣੀ ਨੂੰ ਖੁੰਝ ਰਹੇ ਹੋ ਤਾਂ ਪੂਰਾ ਲੇਖ ਤੇ ਵਾਪਸ ਜਾਓ, ਪੇਸ਼ਕਾਰੀ ਕਬਰ ਦੇ ਵਿੱਚ। ਤੁਸੀਂ ਇਸ ਨੂੰ ਸੁਣਨ ਦਾ ਮੌਕਾ ਨਹੀਂ ਗਵਾਉਣਾ ਚਾਹੋਗੇ ਇਸ ਮਹੱਤਵਪੂਰਨ ਅੰਤਰ ਦੇ ਬਾਰੇ। ਇਸ ਲਈ ਯੀਸ਼ੂ ਸਾਨੂੰ ਵੇਰਵੇ ਦਿੰਦਾ ਹੈ ਜਿਵੇਂ ਉਹ ਮਹਿਮਾ ਦੇ ਬਦਲਾਂ ਵਿੱਚ ਆ ਰਿਹਾ ਹੈ, ਤਾਂ ਕਿ ਅਸੀਂ ਕੁਝ ਦੇਵੀ ਦੀ ਭਾਲ ਨਹੀਂ ਕਰ ਰਹੇ। ਕੀ ਇਹ ਸਭ ਨੂੰ ਸਮਝਣਾ ਅਸਲ ਵਿੱਚ ਜ਼ਰੂਰੀ ਹੈ? ਜੇ ਮੈਂ ਕੇਵਲ ਯੀਸ਼ੂ ਨੂੰ ਪਿਆਰ ਕਰਦਾ ਹਾਂ, ਕੀ ਇਹ ਸਿਰਫ ਕਾਫੀ ਨਹੀਂ? ਸ਼ੈਤਾਨ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦਾ ਹੈ ਅਤੇ ਬਹੁਤ ਸਾਰੇ ਧੋਖਾ ਖਾ ਜਾਂਦੇ ਹਨ। ਉਸ ਨੂੰ ਮਹਾਨ ਧੋਖਾ ਦੇਣ ਵਾਲਾ ਕਿਹਾ ਜਾਂਦਾ ਹੈ। ਉਹ ਲੱਖਾਂ ਲੋਕਾਂ ਨੂੰ ਭਰਮਾਉਣ ਲਈ ਸੱਚ ਨੂੰ ਝੂਠ ਬਣਾਉਂਦਾ ਹੈ। ਲੇਮੇ ਤੁਹਾਡੇ ਨਾਲ ਕੁਝ ਬਹੁਤ ਸਪਸ਼ਟ ਤੱਥ ਸਾਂਝੇ ਕਰਦੇ ਹਨ ਸਾਡੇ ਪ੍ਰਭੂ ਯੀਸ਼ੂ ਦੇ ਦੂਜੇ ਆਗਮਨ ਦੇ ਬਾਰੇ। ਮਸੀਹ ਦਾ ਆਉਣਾ ਵਚਨ ਦੇ ਵਿੱਚ ਘਟਨਾ ਹੋਵੇਗੀ। ਰਸੂਲਾਂ ਦੇ ਕਰਤੱਵ 1:11 ਉਹੀ ਯੀਸ਼ੂ ਜਿਹੜਾ ਚੁੱਕਿਆ ਗਿਆ ਸੀ ਤੁਹਾਡੇ ਤੋਂ ਸਵਰਗ ਦੇ ਵਿੱਚ ਇਸੇ ਤਰ੍ਹਾਂ ਆਵੇਗਾ ਜਿਵੇਂ ਕਿ ਤੁਸੀਂ ਉਸ ਨੂੰ ਸਵਰਗ ਵਿੱਚ ਜਾਂਦੇ ਵੇਖਿਆ ਹੈ। ਯੀਸ਼ੂ ਦੀ ਚੜ੍ਹਾਈ ਨੂੰ ਗੁਰਤਾਕਰਸ਼ਣ ਦੀ ਸ਼ਕਤੀ ਵੀ ਦਬਾ ਨਹੀਂ ਸਕੀ। ਜਦੋਂ ਚੇਲੇ ਹੈਰਾਨ ਹੋਏ ਯੀਸ਼ੂ ਵੱਲ ਵੇਖਣ ਲੱਗੇ, ਉਹ ਉੱਚਾ ਤੇ ਉੱਚਾ ਚੜ੍ਹਦਾ ਗਿਆ। ਉਹਨਾਂ ਨੇ ਉਸ ਨੂੰ ਜਾਂਦੇ ਵੇਖਿਆ ਤੇ ਉਹ ਹੁਣ ਉਸ ਨੂੰ ਵਾਪਸ ਆਉਂਦੇ ਵੀ ਵੇਖਣਗੇ। ਇੱਕ ਅਸਲ ਮਸੀਹ ਚੜਿਆ ਗਿਆ ਤੇ ਇੱਕ ਅਸਲ ਮਸੀਹ ਵਾਪਸ ਆਵੇਗਾ। ਇਹ ਯੀਸ਼ੂ ਜਿਸ ਨੇ ਬਿਮਾਰਾਂ ਨੂੰ ਚੰਗਾ ਕੀਤਾ, 5000 ਨੂੰ ਭੋਜਨ ਦਿੱਤਾ ਅਤੇ ਮਰੇ ਹੋਇਆਂ ਨੂੰ ਜ਼ਿੰਦਾ ਕੀਤਾ, ਉਹ ਮੁੜ ਕੇ ਵਾਪਸ ਆਵੇਗਾ। ਮੈਨੂੰ ਪਿਆਰ ਹੈ ਕਿ ਕਿਵੇਂ ਬਾਈਬਲ ਯੀਸ਼ੂ ਦੇ ਆਉਣ ਬਾਰੇ ਕਹਿੰਦੀ ਹੈ। ਇੱਕ ਦ੍ਰਿਸ਼ਮਾਨ ਘਟਨਾ ਹੋਵੇਗੀ ਕਿਉਂਕਿ ਮੈਂ ਉਸ ਨੂੰ ਮਿਲਣ ਲਈ ਇੰਤਜ਼ਾਰ ਨਹੀਂ ਕਰ ਸਕਦੀ। ਪ੍ਰਕਾਸ਼ ਦੀ ਪੋਥੀ 1:7 ਕਹਿੰਦੀ ਹੈ, ਵੇਖੋ ਉਹ ਬਦਲਾਂ ਨਾਲ ਆ ਰਿਹਾ ਹੈ, ਹਰ ਅੱਖ ਉਸ ਨੂੰ ਵੇਖੇਗੀ। ਕਿੰਨੇ ਪਿਆਰ ਵਾਲੀ ਗੱਲ ਹੈ, ਹਰ ਅੱਖ। ਇਹ ਟੈਕਸਟ ਸਾਨੂੰ ਚੇਤੇ ਕਰਵਾਉਂਦਾ ਹੈ ਯੀਸ਼ੂ ਗੁਪਤ ਰੂਪ ਵਿੱਚ ਨਹੀਂ ਆਏਗਾ, ਖਾਸ ਕਰਕੇ ਉਹ ਕੁਝ ਚੁਣੇ ਹੋਏ ਲੋਕਾਂ ਦੇ ਲਈ। ਦੇਖੋ ਉਹ ਬਦਲਾਂ ਦੇ ਨਾਲ ਆ ਰਿਹਾ ਹੈ, ਹਰ ਅੱਖ ਉਸ ਨੂੰ ਵੇਖੇਗੀ। ਇਹ ਘਟਨਾ ਸ਼ਾਬਦਿਕ ਅਤੇ ਦ੍ਰਿਸ਼ਮਾਨ ਹੈ। ਮਸੀਹ ਦਾ ਆਉਣਾ ਵੀ ਇੱਕ ਸੁਣਨਯੋਗ ਪ੍ਰੋਗਰਾਮ ਹੋਵੇਗਾ। ਪਹਿਲਾ ਥੈਸਲੋਨੀਕੋ 4:16 ਪ੍ਰਭੂ ਆਪਣੇ ਆਪ ਲਈ ਇੱਕ ਗੂੰਜ ਨਾਲ ਸਵਰਗ ਤੋਂ ਹੇਠਾਂ ਆਵੇਗਾ, ਮਹਾਦੂਤ ਦੀ ਆਵਾਜ਼ ਦੇ ਨਾਲ ਅਤੇ ਪਰਮੇਸ਼ਵਰ ਦੇ ਬਿਗੁਲ ਦੇ ਨਾਲ, ਅਤੇ ਮਸੀਹ ਵਿੱਚ ਮੁਰਦੇ ਪਹਿਲਾਂ ਜੀ ਉੱਠਣਗੇ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਪਰਮੇਸ਼ਵਰ ਦੀ ਆਵਾਜ਼ ਸੁਣਨ ਦੀ, ਬ੍ਰਹਮੰਡ ਦੁਆਰਾ ਸਿਰਜਣਹਾਰ ਦੀ, ਬ੍ਰਹਮੰਡ ਦੇ ਗਰਜਨ ਦੀ, ਉਸ ਦੀ ਆਮਦ ਦੇ ਬਿਗੁਲ ਦੀ? ਇਹ ਕੋਈ ਰਾਜ ਨਹੀਂ ਹੈ। ਉਹ ਕੋਈ ਚੁੱਪ ਚੁਪੀਤੇ ਨਹੀਂ ਆ ਰਿਹਾ, ਰੱਬ ਦੀ ਸ਼ਾਨਦਾਰ ਆਵਾਜ਼ ਦੇ ਨਾਲ ਆ ਰਿਹਾ ਹੈ। ਉਹ ਸਾਰੇ ਜਿਹੜੇ ਮਸੀਹ ਵਿੱਚ ਮਰ ਚੁੱਕੇ ਹਨ, ਉਸ ਦੀ ਆਵਾਜ਼ ਉਹਨਾਂ ਦੀ ਕਬਰਾਂ ਨੂੰ ਵਿੰਨ ਦੇਵੇਗੀ
ਅਤੇ ਉਹ ਆਪਣੇ ਜਿੱਤਣ ਵਾਲੇ ਰਾਜੇ ਦੇ ਦੁਆਰਾ ਉਹ ਜਾਗਣਗੇ ਜੋ ਉਹਨਾਂ ਨੂੰ ਬਚਾਉਣ ਆਇਆ ਹੈ। ਉਹ ਮਹਾਦੂਤ ਦੀ ਆਵਾਜ਼ ਸੁਣਨਗੇ। ਤੁਰੀ ਦੀ ਜਿੱਤ ਦਰਸਾਉਂਦੀ ਹੈ ਕਿ ਮਸੀਹ ਵਿੱਚ ਮੌਤ ਅਤੇ ਮ੍ਰਿਤਿੂ ਉੱਤੇ ਜਿੱਤ ਜਿਹੜੇ ਹੈਗੇ ਲੋਕ ਉਹ ਪਹਿਲਾਂ ਉੱਠਣਗੇ। ਇਹ ਹਰ ਇੱਕ ਸਰੀਰ ਵਿੱਚ ਇੱਕ ਅਵਿਸ਼ਵਾਸਯੋਗ ਪਲ ਹੁੰਦਾ ਹੈ। ਅਮਰਤਾ ਪ੍ਰਾਪਤ ਕਰੇਗਾ ਹਮੇਸ਼ਾ ਦੇ ਲਈ। ਅਸੀਂ ਸੰਪੂਰਨਤਾ ਵਿੱਚ ਜੀਵਾਂਗੇ। ਪਹਿਲਾ ਥੈਸਲੋਨੀਕੋ 4:17 ਵਾਅਦਾ ਕਰਦੇ ਹਨ। ਫਿਰ ਅਸੀਂ ਜਿਹੜੇ ਜਿਉਂਦੇ ਹਾਂ ਅਤੇ ਬਚ ਜਾਣਗੇ ਉਹਨਾਂ ਨੂੰ ਉਹ ਫੜ ਲਿਆ ਜਾਵੇਗਾ। ਇਕੱਠੇ ਉਹਨਾਂ ਨਾਲ ਬਦਲਾਂ ਦੇ ਵਿੱਚ ਹਵਾ ਵਿੱਚ ਅਸੀਂ ਸਭ ਪ੍ਰਭੂ ਨੂੰ ਮਿਲਾਂਗੇ। ਇਸ ਲਈ ਸਿਰਫ ਮਰੇ ਹੋਏ ਧਰਮੀ ਵਿਅਕਤੀ ਹੀ ਨਹੀਂ ਕਬਰਾਂ ਤੋਂ ਬਾਹਰ ਨਿਕਲਣਗੇ, ਪਰ ਜਿਹੜੇ ਧਰਮੀ ਜਿਉਂਦੇ ਹਨ ਜਦੋਂ ਆਵੇਗਾ ਉਹ ਵੀ ਹਵਾ ਵਿੱਚ ਯੀਸ਼ੂ ਨੂੰ ਮਿਲਣਗੇ, ਹਜ਼ਾਰਾਂ ਅਤੇ ਹਜ਼ਾਰਾਂ ਨਾਲ ਘਿਰੇ ਹੋਏ ਚਮਕਦੇ ਫਰਿਸ਼ਤਿਆਂ ਵੱਲੋਂ। ਦੋਸਤੋ, ਤੁਸੀਂ ਆਪਣਾ ਕੁਝ ਸਮੇਂ ਲਓ ਉਸ ਪਲ ਬਾਰੇ ਸੋਚਣ ਦੇ ਲਈ। ਫਿਰ ਜਿਹੜੀ ਵੀ ਅਜਮਾਇਸ਼ ਅਸੀਂ ਇਸ ਧਰਤੀ ਦੇ ਉੱਤੇ ਲੰਘ ਰਹੇ ਹਾਂ, ਜਿਨ੍ਹਾਂ ਵੀ ਅਜਮਾਇਸ਼ਾਂ ਵਿੱਚੋਂ, ਉਹ ਸਾਨੂੰ ਕੁਝ ਵੀ ਨਹੀਂ ਲੱਗੇਗੀ, ਕਿਉਂਕਿ ਯੀਸ਼ੂ ਸਾਨੂੰ ਖੁਦ ਉਹਨਾਂ ਅਜਮਾਇਸ਼ਾਂ ਵਿੱਚੋਂ ਕੱਢੇਗਾ। ਔਰ ਨਾਲ ਹੀ ਉਹਨੇ ਸਾਨੂੰ ਵਾਅਦਾ ਕੀਤਾ ਹੈ ਕਿ ਉਸਨੇ ਸਾਡੇ ਲਈ ਇੱਕ ਸ਼ਾਨਦਾਰ ਇਨਾਮ ਰੱਖਿਆ ਹੋਇਆ ਹੈ। ਹੁਣ ਕੀ ਯੀਸ਼ੂ ਇਸ ਸਮੇਂ ਧਰਤੀ ਤੇ ਰਹਿਣ ਲਈ ਆਊਗਾ? ਨਹੀਂ। ਬਾਈਬਲ ਸਾਨੂੰ ਹਵਾ ਵਿੱਚ ਉਸ ਨਾਲ ਮਿਲਾਉਂਦੀ ਹੈ। ਇਸ ਲਈ ਆਓ ਪੋਥੀ ਨਾਲ ਗੜਬੜ ਨਾ ਕਰੀਏ। ਅਸੀਂ ਉਸਨੂੰ ਧਰਤੀ ਉੱਤੇ ਨਹੀਂ ਮਿਲਾਂਗੇ, ਉਸਦੇ ਪੈਰ ਧਰਤੀ ਨੂੰ ਨਹੀਂ ਪੈਣਗੇ, ਅਸੀਂ ਉਸਨੂੰ ਹਵਾ ਦੇ ਵਿੱਚ ਮਿਲਾਂਗੇ। ਇਹ ਬਿੰਦੂ ਹੀ ਇਕੱਲਾ ਕਾਫੀ ਹੈ ਉਹਨਾਂ ਪ੍ਰਸ਼ਨਾਂ ਨੂੰ ਸਾਫ਼ ਕਰਨ ਦੇ ਲਈ ਜਿਹੜੇ ਕਿ ਨਕਲੀ ਮਸੀਹ ਬਾਰੇ ਗੱਲ ਕਰਨਗੇ ਜੋ ਧਰਤੀ ਤੇ ਘੁੰਮ ਰਹੇ ਆ। ਮੱਤੀ 24:26 ਇਸ ਲਈ ਜੇ ਉਹ ਤੁਹਾਨੂੰ ਕਹਿੰਦੇ ਹਨ ਦੇਖੋ ਉਹ ਉਜਾੜ ਵਿੱਚ ਹੈ, ਨਾ ਜਾਓ। ਮੰਨ ਲਓ ਤੁਹਾਡਾ ਦੋਸਤ ਤੁਹਾਡੇ ਕੋਲ ਆਵੇ ਤੇ ਤੁਹਾਨੂੰ ਦੱਸੇ ਕਿ ਉਸਨੇ ਯੀਸ਼ੂ ਨੂੰ ਪਾਇਆ ਹੈ ਜੋ ਪ੍ਰਚਾਰਦਾ ਹੈ ਗਰਮ ਸੁੰਦਰ। ਬਾਈਬਲ ਦੀ ਸੱਚਾਈ ਸ਼ਕਤੀ ਨਾਲ ਅਤੇ ਅੱਗ ਨੂੰ ਵੀ ਬੁਲਾਉਂਦੀ ਹੈ। ਸਵਰਗ ਤੋਂ ਹੇਠਾਂ ਬਿਮਾਰਾਂ ਨੂੰ ਚੰਗਾ ਕਰਦਾ ਹੈ ਅਤੇ ਬੱਚਿਆਂ ਨੂੰ ਅਸੀਸਾਂ ਦਿੰਦਾ ਹੈ, ਲੋਕਾਂ ਦੇ ਮਨਾਂ ਨੂੰ ਪੜ੍ਹਦਾ ਹੈ ਅਤੇ ਯੁੱਧਾਂ ਨੂੰ ਰੋਕਦਾ ਹੈ। ਫਿਰ ਤੁਸੀਂ ਆਪਣੇ ਦੋਸਤ ਨੂੰ ਕੀ ਕਹੋਗੇ? ਕਿਉਂਕਿ ਹੁਣ ਤੁਸੀਂ ਵਚਨ ਨੂੰ ਖੁਦ ਜਾਣਦੇ ਹੋ, ਤੁਰੰਤ ਤੁਹਾਨੂੰ ਉਸਨੂੰ ਦੱਸ ਦੇਣਾ ਚਾਹੀਦਾ ਹੈ ਕਿ ਇਹ ਮਸੀਹ ਨਹੀਂ ਹੈ, ਇਹ ਨਕਲੀ ਮਸੀਹੀ ਹੈ। ਬਾਈਬਲ ਕਹਿੰਦੀ ਹੈ ਕਿ ਨਾ ਜਾਓ, ਕਿਉਂਕਿ ਜਦੋਂ ਅਸਲ ਮਸੀਹ ਆਵੇਗਾ ਉਹ ਆਕਾਸ਼ ਵਿੱਚ ਇੱਕ ਚਮਕਦਾਰ ਰੌਸ਼ਨੀ ਪ੍ਰਦਰਸ਼ਨ ਕਰੇਗਾ। ਦਿਖਾਇਆ ਗਿਆ ਹੈ ਦੇ ਰੂਪ ਦੇ ਵਿੱਚ 10 ਵਾਰ 10,000 ਫਰਿਸ਼ਤਿਆਂ ਦੇ ਨਾਲ। ਮੱਤੀ 24:27 ਵਿੱਚ ਜਿਵੇਂ ਕਿ ਬਿਜਲੀ ਆਉਂਦੀ ਹੈ ਪੂਰਬ ਤੋਂ ਅਤੇ ਪੱਛਮ ਵੱਲ ਵੀ ਝਲਕਦੀ ਹੈ, ਮਨੁੱਖ ਦੇ ਪੁੱਤਰ ਦਾ ਆਉਣਾ ਉਸ ਤਰ੍ਹਾਂ ਹੋਵੇਗਾ। ਮਸੀਹ ਦਾ ਆਉਣਾ ਇੱਕ ਸ਼ਾਨਦਾਰ ਘਟਨਾ ਹੋਵੇਗੀ। ਕੇਵਲ ਮਸੀਹ ਹੀ ਜੀਵਨ ਦੇਣ ਵਾਲਾ ਹੈ। ਕੇਵਲ ਉਹੀ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰ ਸਕਦਾ ਹੈ। ਅਸਲ ਮਸੀਹ ਸਾਨੂੰ ਆਕਾਸ਼ ਵਿੱਚ ਫੜ ਲਵੇਗਾ, ਚੰਦਰਮਾ ਦੇ ਪਿਛਲੇ ਨਾਲ ਉਸ ਨਾਲ ਯਾਤਰਾ ਕਰਨ ਦੇ ਲਈ, ਪਿੱਛੇ ਤਾਰੇ, ਸੂਰਜ ਦੇ ਪਿੱਛੇ, ਬ੍ਰਹਿਮੰਡ ਵਿੱਚ ਰੱਬ ਦੇ ਸਿੰਘਾਸਨ ਵਾਲੇ ਕਮਰੇ ਵਿੱਚ, ਅਤੇ ਉੱਥੇ ਅਸੀਂ ਹਮੇਸ਼ਾ ਉਸ ਦੇ ਨਾਲ ਰਹਾਂਗੇ। ਮੱਤੀ 24:30 ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ ਸਵਰਗ ਵਿੱਚ ਅਤੇ ਫਿਰ ਸਾਰੇ ਗੋਤ ਧਰਤੀ ਦੇ ਸੋਗ ਕਰਨਗੇ। ਮਸੀਹ ਦਾ ਆਉਣਾ ਬਿਜਲੀ ਵਾਂਗ ਹੈ ਜੋ ਚਮਕਦਾ ਹੈ ਪੂਰਬ ਤੋਂ ਪੱਛਮ ਵੱਲ। ਉਹ ਧਰਤੀ ਦੇ ਸਾਰੇ ਗੋਤਾਂ ਨੂੰ ਆਕਾਸ਼ ਵਿੱਚ ਪ੍ਰਗਟ ਕਰਦਾ ਹੈ ਅਤੇ ਪ੍ਰਕਾਸ਼ ਦੀ ਪੋਥੀ 1:7 ਸਾਨੂੰ ਇਹ ਦੱਸਦਾ ਹੈ ਕਿ ਹਰ ਅੱਖ ਉਸਨੂੰ ਵੇਖੇਗੀ। ਤੁਸੀਂ ਦੇਖੋ, ਇਹ ਸਿਰਫ ਵਿਸ਼ਵਾਸੀ ਹੀ ਨਹੀਂ ਹਨ ਜੋ ਉਸਨੂੰ ਵੇਖਣਗੇ ਜਦੋਂ ਆਵੇਗਾ, ਪਰ ਸਾਰੀ ਜਨਤਾ ਜਿਨ੍ਹਾਂ ਨੇ ਉਸਨੂੰ ਨਕਾਰਿਆ ਹੈ ਉਹ ਵੀ ਵੇਖੇਗੀ। ਇਹ ਰੱਬ ਦੇ ਕਿਰਦਾਰ ਨੂੰ ਸਹੀ ਸਾਬਤ ਕਰਨ ਲਈ ਇੱਕ ਪ੍ਰਮੁੱਖ ਮੌਕਾ ਹੈ। ਹਰ ਵਿਅਕਤੀ ਦੇਖੇਗਾ ਅਤੇ ਸੁਣੇਗਾ। ਬਾਈਬਲ ਤੋਂ ਬਿਲਕੁਲ ਸੱਚਾਈ ਪੂਰੀ ਹੋ ਜਾਵੇਗੀ ਉਹਨਾਂ ਦੇ ਅੱਖੇ, ਔਰ ਉਹਨਾਂ ਦੀ ਅੱਖਾਂ ਇਸ ਨੂੰ ਵੇਖਣਗੀਆਂ। ਜਦੋਂ ਯੀਸ਼ੂ ਆਉਂਦਾ ਹੈ ਤਾਂ 2 ਕਿਸਮ ਦੇ ਲੋਕ ਹੋਣਗੇ, ਇੱਕ ਜਿਹੜੇ ਬਚਾਏ ਗਏ ਤੇ ਦੂਜੇ ਜਿਹੜੇ ਨਹੀਂ ਬਚਾਏ ਗਏ, ਗੁੰਮ ਹੋਏ ਗਏ। ਇੱਕ ਉਹ ਜਿਹੜੇ ਗੁੰਮ ਹੋ ਗਏ ਤੇ ਦੂਜੇ ਜਿਨ੍ਹਾਂ ਨੇ ਛੁਟਕਾਰਾ ਪਾਇਆ। ਇਹ ਧਰਤੀ ਦੇ ਇਤਿਹਾਸ ਦਾ ਸਿਖਰ ਹੈ ਤੇ ਯੀਸ਼ੂ ਦਾ ਸ਼ਾਬਦਿਕ ਤੌਰ ਦੇ ਉੱਤੇ ਆਉਣਾ ਨਿਸ਼ਚਿਤ ਹੈ। ਇਸ ਲਈ ਇਸ ਵਿੱਚ ਕੋਈ ਸਵਾਲ ਨਹੀਂ ਹੈ ਕਿ ਕੀ ਹੋ ਰਿਹਾ ਹੈ। ਸਾਰਾ ਬ੍ਰਹਿਮੰਡ ਇਸ ਨੂੰ ਵੇਖ ਰਿਹਾ ਹੈ, ਮਨੁੱਖੀ ਇਤਿਹਾਸ ਵਿੱਚ ਨਿਰਣਾਇਕ ਘਟਨਾ ਨੂੰ। ਪਹਿਲਾ ਕੁਰਿੰਥੀਓ 15:51 ਤੋਂ 52 ਵਿੱਚ ਲਿਖਿਆ ਹੈ, ਦੇਖੋ ਮੈਂ ਤੁਹਾਨੂੰ ਦੱਸਦਾ ਹਾਂ ਇੱਕ ਰਹੱਸ। ਅਸੀਂ ਸਾਰੇ ਸੌਂਦੇ ਨਹੀਂ ਹਾਂ, ਪਰ ਅਸੀਂ ਕੀ ਕਰਾਂਗੇ? ਅਸੀਂ ਇੱਕ ਪਲ ਵਿੱਚ ਸਭ ਕੁਝ ਬਦਲ ਦਿੱਤਾ ਜਾਵੇਗਾ, ਅੱਖਾਂ ਦੀ ਚਮਕ ਵਿੱਚ ਆਖਰੀ ਵਾਰ। ਤੁਰਹੀ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਮਰੇ ਹੋਏ ਇੱਕ ਅਣਢੁੱਕੇ ਉਠਾਏ ਜਾਣਗੇ, ਭਾਵਨਾ ਮਾਤਰ, ਅਤੇ ਸਾਨੂੰ ਬਦਲ ਦਿੱਤਾ ਜਾਵੇਗਾ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਧਰਤੀ ਨੂੰ ਪਰਮੇਸ਼ਵਰ ਦੀ ਸ਼ਾਨ ਨਾਲ ਪ੍ਰਕਾਸ਼ਮਾਨ ਹੋਏ ਵੇਖਣਾ? ਧਰਤੀ ਕੰਬਦੀ ਹੈ, ਇਮਾਰਤਾਂ ਹਿਲਦੀਆਂ ਹਨ ਅਤੇ ਬਿਜਲੀ ਚਮਕਦੀ ਹੈ, ਗਰਜਨ ਡਿੱਗਦੀ ਹੈ। ਛੇਤੀ ਨਾਲ 10,000 ਗੁਣਾ 10,000 ਫਰਿਸ਼ਤੇ ਸਪੀਡ ਕਰਦੇ ਹਨ। ਧਰਤੀ ਤੋਂ ਧਰਮੀ ਵਿਸ਼ਵਾਸੀ ਹੋਣ ਦੇ ਨਾਤੇ ਕਬਰਾਂ ਨੂੰ ਕਬਰਾਂ ਤੱਕ ਲੈ ਜਾਂਦੇ ਹਨ। ਇਹ ਸਾਨੂੰ ਇੱਕ ਵਾਰ ਫੇਰ ਦੱਸਦਾ ਹੈ ਕਿ ਮੁਰਦੇ ਆਪਣੀ ਕਬਰਾਂ ਵਿੱਚ ਹਨ, ਪਹਿਲਾਂ ਤੋਂ ਹੀ ਉਹ ਸਵਰਗ ਵਿੱਚ ਨਹੀਂ ਹਨ। ਸਾਡੇ ਸਰੀਰ ਵਿੱਚ ਪਾਪ ਦਾ ਸ਼ਾਪ ਨਹੀਂ ਰਿਹਾ। ਹੁਣ ਹੋਰ ਗੂੰਗੇ ਕੰਨ ਨਹੀਂ ਹਨ, ਹੋਰ ਕੋਈ ਨਹੀਂ ਹਨ ਅੰਨ੍ਹੀਆਂ ਅੱਖਾਂ,
ਹੋਰ ਘਟੀਆ ਨਹੀਂ ਹੈ ਕੋਈ ਸਰੀਰ ਅਤੇ ਹੋਰ ਕੋਈ ਬਿਮਾਰੀ ਵਾਲੇ ਸਰੀਰ ਨਹੀਂ ਹਨ। ਵਿਸ਼ਵਾਸੀ ਹੋਣ ਦੇ ਨਾਤੇ ਅਸੀਂ ਉੱਪਰ ਵੱਲ ਵੇਖ ਰਹੇ ਹਾਂ ਤਾਂ ਜੋ ਮਸੀਹ ਦੀਆਂ ਅੱਖਾਂ ਸਾਡੇ ਨਾਲ ਮਿਲ ਸਕਣ। ਕੀ ਤੁਸੀਂ ਉਸ ਪਲ ਦੀ ਕਲਪਨਾ ਕਰ ਸਕਦੇ ਹੋ ਜਦੋਂ ਤੁਹਾਡੀਆਂ ਅੱਖਾਂ ਪਹਿਲੀ ਵਾਰ ਉਸ ਨਾਲ ਮਿਲਦੀਆਂ ਹਨ? ਮੈਨੂੰ ਉਮੀਦ ਹੈ ਕਿ ਮੈਂ ਉਸ ਨੂੰ ਆਪਣੇ ਹੰਝੂਆਂ ਨਾਲ ਦੇਖਾਂਗੀ। ਇਹ ਆਕਾਸ਼ ਵਿੱਚ ਸਭ ਤੋਂ ਸ਼ਾਨਦਾਰ ਘਟਨਾ ਹੈ। ਤੁਰੰਤ ਸਾਡੇ ਸਰੀਰ ਜੋ ਪਾਤਰ ਹਨ ਉਹ ਬਿਮਾਰੀ ਅਤੇ ਮੌਤ ਤੋਂ ਅਮਰ ਹੋ ਜਾਣਗੇ। ਅਸੀਂ ਇੱਕਦਮ ਬਦਲ ਜਾਂਦੇ ਹਾਂ। ਨਵਾਂ ਜੀਵਨ ਸਾਡੇ ਹਰ ਸੈੱਲ ਵਿੱਚ ਗੁਜ਼ਰਦਾ ਹੈ। ਅਸੀਂ ਸਿਹਤ ਤੇ ਖੁਸ਼ੀ ਨਾਲ ਚਮਕਦੇ ਹਾਂ। ਜਿਵੇਂ ਹੀ ਮਸੀਹ ਸ਼ਾਨ ਵਿੱਚ ਚੜ੍ਹਦਾ ਹੈ ਅਸੀਂ ਉਸ ਦੀ ਤਾਰੀਫ ਕਰਦੇ ਹਾਂ ਕਿਉਂਕਿ ਸਾਡੇ ਸਰੀਰ ਬਿਮਾਰੀ ਤੋਂ ਬਦਲ ਜਾਂਦੇ ਹਨ ਅਤੇ ਨਿਰਗੁਣ ਹੋ ਜਾਂਦੇ ਹਨ। ਮਹਾਨ ਅਤੇ ਸ਼ਾਨਦਾਰ ਤੁਹਾਡੀਆਂ ਰਚਨਾਵਾਂ ਹਨ ਪ੍ਰਭੂ ਅਨੰਤ ਪਰਮੇਸ਼ਵਰ। ਠੀਕ ਅਤੇ ਸੱਚ ਹੈ, ਹੇ ਸੰਤਾਂ ਦੇ ਰਾਜਾ। ਅੰਤ ਵਿੱਚ ਬਾਦਸ਼ਾਹ ਦੀ ਤਾਰੀਫ ਹੁੰਦੀ ਹੈ। ਉਹ ਹਮੇਸ਼ਾ ਹਰ ਵਿਸ਼ਵਾਸੀ ਦੇ ਤੌਰ ਤੇ ਹੱਕਦਾਰ ਹੈ ਉਸ ਨੂੰ ਮੁਕਤੀਦਾਤਾ ਵਜੋਂ ਸਵੀਕਾਰ ਕਰਨਾ। ਕਿੰਨਾ ਸੁੰਦਰ ਦ੍ਰਿਸ਼ ਹੈ। ਪਰਿਵਾਰਾਂ ਨਾਲ ਮੁੜ ਮਿਲਾਉਂਦੇ ਹੋਏ ਸਾਡੇ ਪਿਆਰਿਆਂ ਨੂੰ ਗਲੇ ਲਗਾਉਣਾ ਇਹ ਯੁੱਗ ਦਾ ਸਭ ਤੋਂ ਵੱਡਾ ਦ੍ਰਿਸ਼ ਹੋਵੇਗਾ। ਯਸ਼ਾਇਆ 25:9 ਕਹਿੰਦੀ ਹੈ, ਦੇਖੋ ਇਹ ਸਾਡਾ ਰੱਬ ਹੈ, ਅਸੀਂ ਉਸ ਦੀ ਉਡੀਕ ਕੀਤੀ ਅਤੇ ਉਹ ਸਾਨੂੰ ਬਚਾ ਲਵੇਗਾ। ਇਹ ਤਾਂ ਪ੍ਰਭੂ ਹੈ, ਅਸੀਂ ਉਸ ਦੀ ਉਡੀਕ ਕੀਤੀ ਹੈ। ਅਸੀਂ ਉਸ ਦੀ ਮੁਕਤੀ ਤੋਂ ਖੁਸ਼ ਹੋ ਜਾਵਾਂਗੇ। ਤੁਸੀਂ ਦੇਖਦੇ ਹੋ ਅਸੀਂ ਝੂਠੇ ਮਸੀਹ ਨੂੰ ਸਵੀਕਾਰ ਨਹੀਂ ਕੀਤਾ, ਨਕਲੀ ਮਸੀਹਾ ਜਿਸ ਨੇ ਬਹਾਨਾ ਕੀਤਾ ਕਿ ਉਹ ਯੀਸ਼ੂ ਹੈ। ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਮਹਾਨ ਵਿਵਾਦ ਲੜਾਈ ਦੇ ਦੋਵੇਂ ਪਾਸੇ ਤੇ ਦੂਜੇ ਪਾਸੇ ਇੱਕ ਸਮਾਗਮ ਦੌਰਾਨ ਵੀ ਮੌਜੂਦ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸ਼ੈਤਾਨ ਉਸਦੇ ਹਰ ਝੂਠ ਨੂੰ ਕਿਵੇਂ ਦੇਖੇਗਾ? ਹਰ ਨਕਲੀ, ਹਰ ਧੋਖਾ ਉਸਦੇ ਸਾਹਮਣੇ ਟਹਿਓ ਢੇਰੀ ਹੋ ਜਾਂਦਾ ਹੈ। ਉਹ ਪਰਮੇਸ਼ਵਰ ਦੇ ਬੱਚਿਆਂ ਨੂੰ ਯੀਸ਼ੂ ਵੱਲ ਉੱਠਦੇ ਹੋਏ ਵੇਖੇਗਾ। ਉਹ ਲੋਕ ਜਿਨ੍ਹਾਂ ਉੱਤੇ ਉਸਨੇ ਅਤਿਆਚਾਰ ਕੀਤੇ ਸਨ ਉਹ ਹੁਣ ਸਦਾ ਲਈ ਜੀਵਿਤ ਹਨ, ਜਿਸ ਨੂੰ ਸਾਰੇ ਬ੍ਰਹਮੰਡ ਵਿੱਚ ਪਾਰ ਕਰਨ ਵਾਲੇ ਵਜੋਂ ਜਾਣਿਆ ਜਾਂਦਾ ਹੈ। ਸ਼ਾਇਦ ਦੁਸ਼ਟ ਫਰਿਸ਼ਤੇ ਵੀ ਕੰਬਣਗੇ ਜਿਵੇਂ ਕਿ ਉਹ ਦੇਖਦੇ ਹਨ ਕਿ ਉਹ ਅਮਰ ਹੋਣ ਦਾ ਲਾਲਚ ਦਿੰਦੇ ਸਨ। ਉਹ ਮਹਿਸੂਸ ਕਰਦੇ ਹਨ ਕਿ ਉਹ ਜੰਗ ਹਾਰ ਗਏ ਹਨ। ਇਹ ਖਤਮ ਹੋ ਗਿਆ ਹੈ। ਇਹ ਸਭ ਕੁਝ ਖਤਮ ਹੋ ਗਿਆ ਹੈ। 2 ਕੋਰਿੰਥੀਓ 6:2 ਕਹਿੰਦੀ ਹੈ, ਦੇਖੋ ਹੁਣ ਸਵੀਕਾਰ ਕੀਤਾ ਸਮਾਂ ਹੈ। ਹੁਣ ਦੇਖੋ ਮੁਕਤੀ ਦਾ ਦਿਨ ਹੈ। ਸਾਡਾ ਸਦੀਵੀ ਕਿਸਮਤ ਨੂੰ ਚੋਣਾਂ ਦੁਆਰਾ ਵਸਾਇਆ ਜਾ ਰਿਹਾ ਹੈ। ਅਸੀਂ ਅੱਜ ਹੀ ਬਣਾਉਂਦੇ ਹਾਂ ਦੋਸਤੋ। ਮੇਰਾ ਵਿਸ਼ਵਾਸ ਹੈ ਕਿ ਅਸੀਂ ਸਦੀਵੀ ਦੇ ਕਿਨਾਰੇ ਉੱਤੇ ਰਹਿ ਰਹੇ ਹਾਂ। ਅਸੀਂ ਪਹਿਲਾਂ ਦੇ ਦਿਨਾਂ ਵਿੱਚ ਰਹਿ ਰਹੇ ਹਾਂ ਦੂਜਾ ਮਸੀਹ ਆਉਣ ਤੇ। ਕੀ ਤੁਸੀਂ ਅੱਜ ਇਸ ਨੂੰ ਤਰਜੀਹ ਨਹੀਂ ਦੇਣਾ ਚਾਹੁੰਦੇ? ਇਹ ਤਾਜਪੋਸ਼ੀ ਸਮਾਗਮ ਵਾਸਤੇ ਤਿਆਰ ਹੋਣਾ ਹੈ। ਆਓ 7 ਬਾਈਬਲਾਂ ਤੱਥਾਂ ਤੇ ਨਜ਼ਰ ਮਾਰੀਏ ਜੋ ਕਿ ਉਸ ਦੀ ਵਾਪਸੀ ਤੇ ਵਾਪਰਦੀਆਂ ਹਨ। ਪਹਿਲਾ, ਭੂਚਾਲ ਦੇ ਭਿਆਨਕ ਉਥਲ-ਪੁਥਲ ਹੋਣਗੇ। ਪਹਾੜ ਅਤੇ ਟਾਪੂ ਅਲੋਪ ਹੋ ਜਾਣਗੇ ਅਤੇ ਇੱਕ ਮਹਾਨ ਭੂਚਾਲ ਇਸ ਗ੍ਰਹਿ ਨੂੰ ਹਿਲਾ ਦੇਵੇਗਾ ਜਿਵੇਂ ਕਿ ਖੁਲਾਸਾ 6:14 ਵਿੱਚ ਜਿਸ ਵਿੱਚ ਕੀਤਾ ਗਿਆ ਹੈ। ਫਿਰ ਜਦੋਂ ਇਹ ਹੈ ਤਾਂ ਆਸਮਾਨ ਇੱਕ ਸਕਰੋਪ ਦੇ ਰੂਪ ਵਿੱਚ ਹੇਠਾਂ ਆ ਗਿਆ, ਪਲਟਿਆ ਹਰ ਪਹਾੜ ਅਤੇ ਟਾਪੂ ਇਸ ਦੀ ਥਾਂ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਦੂਜਾ, ਧਰਮੀ ਮੁਰਦਿਆਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ। ਪੌਲੁਸ ਸਾਨੂੰ ਪਹਿਲਾ ਥੈਸਲੋਨੀਆਂ ਵਿੱਚ ਦੱਸਦਾ ਹੈ, ਮਸੀਹ ਵਿੱਚ ਮਰੇ ਹੋਏ ਲੋਕ ਪਹਿਲਾਂ ਉੱਠਣਗੇ। ਜੋ ਲੋਕ ਆਪਣੀ ਕਬਰਾਂ ਵਿੱਚ ਸੌਂਦੇ ਹਨ ਉਹ ਸੁਣਨਗੇ ਮਸੀਹ ਦੀ ਤੁਰਹੀ ਵਰਗੀ ਆਵਾਜ਼ ਅਤੇ ਉੱਠ ਜਾਣਗੇ ਉਹ ਸਦੀਵੀ ਜੀਵਨ ਦੇ ਲਈ। ਇਸ ਤੋਂ ਬਾਅਦ ਧਰਮੀ ਜੀਵਨ ਬਦਲ ਜਾਂਦਾ ਹੈ ਸਦਾ ਤੀਕਰ ਦੇ ਲਈ। ਫਿਰ ਅਨੰਤ ਜੀਵਨ ਦੇ ਦਿੱਤਾ ਜਾਂਦਾ ਹੈ ਅਤੇ ਫਿਰ ਦੁਸ਼ਟ ਜੀਵ ਤਬਾਹ ਹੋ ਜਾਂਦੇ ਹਨ 6:15 ਵਿੱਚ। ਅਤੇ ਧਰਤੀ ਦੇ ਰਾਜਾ, ਮਹਾਨ ਲੋਕ, ਅਮੀਰ, ਕਮਾਂਡਰ, ਸ਼ਕਤੀਸ਼ਾਲੀ ਆਦਮੀ, ਹਰ ਗੁਲਾਮ ਅਤੇ ਹਰ ਆਜ਼ਾਦ ਆਦਮੀ ਆਪਣੇ ਆਪ ਨੂੰ ਗੁਫਾਵਾਂ ਅਤੇ ਚੱਟਾਨਾਂ ਵਿੱਚ ਲੁਕਾਉਂਦੇ ਹਨ ਪਹਾੜਾਂ ਦੀਆਂ। ਅਸੀਂ ਦੇਖ ਸਕਦੇ ਹਾਂ ਕਿ ਉਹਨਾਂ ਦੇ ਦਿਲ ਵਿੱਚ ਕੋਈ ਤਬਦੀਲੀ ਨਹੀਂ ਹੈ। ਜਦੋਂ ਉਹ ਦੇਖਦੇ ਹਨ ਕਿ ਬ੍ਰਹਮੰਡ ਦਾ ਰਾਜਾ ਉਤਰਦਾ ਹੈ ਉਹ ਅਜੇ ਵੀ ਇਸ ਨੂੰ ਅਸਵੀਕਾਰ ਕਰਦੇ ਹਨ ਤੇ ਉਸ ਤੋਂ ਛੁਪਣਾ ਚਾਹੁੰਦੇ ਹਨ। ਇਸ ਕਾਰਵਾਈ ਵਿੱਚ ਅਸੀਂ ਵੇਖਦੇ ਹਾਂ ਕਿ ਪਰਮੇਸ਼ਵਰ ਦਾ ਨਿਰਣਾ ਬਿਲਕੁਲ ਸਹੀ ਹੈ। ਬਦਮਾਸ਼ ਅਜੇ ਵੀ ਉਸ ਤੋਂ ਭੱਜਣਾ ਚਾਹੁੰਦੇ ਹਨ। ਇੱਥੇ ਇਹ ਵੀ ਦਰਸਾਇਆ ਗਿਆ ਹੈ ਇਹਨਾਂ ਕਾਰਵਾਈਆਂ ਦੇ ਵਿੱਚ ਕਿ ਜਦੋਂ ਯੀਸ਼ੂ ਆਵੇਗਾ ਤਾਂ ਦੂਜਾ ਮੌਕਾ ਨਹੀਂ ਹੋਵੇਗਾ, ਕੋਈ ਦੂਜਾ ਮੌਕਾ ਨਹੀਂ। ਜਦੋਂ ਯੀਸ਼ੂ ਆਉਂਦਾ ਹੈ ਤਾਂ ਦੁਸ਼ਟ ਜਿਉਂਦੇ ਹਨ। ਇਸ ਦੇ ਵੇਰਵਿਆਂ ਦਾ ਕੱਲ ਰਾਤ ਅਧਿਐਨ ਕੀਤਾ ਜਾਵੇਗਾ, ਇਸ ਨੂੰ ਨਾ ਖੁੰਝਾਓ। ਇਸ ਤੋਂ ਬਾਅਦ ਧਰਮੀ ਮਸੀਹ ਦਾ ਸਵਾਗਤ ਕਰਦੇ ਹਨ। ਬਾਈਬਲ ਕਹਿੰਦੀ ਹੈ ਕਿ ਮਸੀਹ ਜਦੋਂ ਆਉਂਦਾ ਹੈ ਅਸੀਂ ਉਸ ਨੂੰ ਹਵਾ ਵਿੱਚ ਮਿਲਾਂਗੇ। ਵਾਰ-ਵਾਰ ਸ਼ਾਸਤਰ ਵਰਣਨ ਕਰਦਾ ਹੈ ਕਿ ਕਿਵੇਂ ਇਹ ਚੀਜ਼ ਰੱਖਿਅਤ ਕੀਤੀ ਗਈ ਹੈ। ਉਹਨਾਂ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਯੀਸ਼ੂ ਦੀ ਤਾਰੀਫ ਕਰਨਾ ਜਿਵੇਂ ਕਿ ਉਹ ਆਪਣੇ ਬਚਾਅ ਨੂੰ ਅਪਣਾਉਂਦੇ ਹਨ ਅਤੇ ਫਿਰ ਅੰਤ ਵਿੱਚ ਧਰਮੀ ਸਵਰਗ ਵਿੱਚ ਚਲੇ ਜਾਣਗੇ। ਹਾਲੇਲੂਇਆ। ਹੁਣ ਅਸੀਂ ਇੱਕ ਪ੍ਰਸਿੱਧ ਗਲਤਫਹਿਮੀ ਵੱਲ
ਦੇਖਾਂਗੇ ਬਾਈਬਲ ਵਿੱਚ ਲਿਖਿਆ ਹੈ ਕਿ ਮਸੀਹ ਚੋਰ ਦੇ ਰੂਪ ਵਿੱਚ ਆ ਰਿਹਾ ਹੈ। ਆਓ ਇਸ ਬਾਰੇ ਕੁਝ ਲਿਖਤਾਂ ਪੜ੍ਹੀਏ। ਦੂਜਾ ਪਤਰਸ 3:10 ਕਹਿੰਦੀ ਹੈ, ਪਰ ਪ੍ਰਭੂ ਦਾ ਦਿਨ ਰਾਤ ਨੂੰ ਚੋਰ ਦੇ ਰੂਪ ਵਿੱਚ ਆਵੇਗਾ, ਜਿਸ ਵਿੱਚ ਸਵਰਗ ਵਿੱਚ ਬਹੁਤ ਸ਼ੋਰ ਹੋਵੇਗਾ। ਮੱਤੀ 24:43 ਕਹਿੰਦੀ ਹੈ, ਪਰ ਇਹ ਜਾਣਨਾ ਕਿ ਜੇ ਮਾਲਕ ਘਰ ਦੇ ਲੋਕ ਪਤਾ ਹੋਵੇ ਕਿ ਚੋਰ ਕਿਸ ਘੰਟੇ ਦਾ ਸਮੇਂ ਤੇ ਆ ਰਿਹਾ ਹੈ, ਤਾਂ ਉਹ ਜਾਗਦਾ ਰਹੇਗਾ ਅਤੇ ਉਸ ਨੂੰ ਘਰ ਦੇ ਅੰਦਰ ਘੁਸਣ ਦੀ ਇਜਾਜ਼ਤ ਨਹੀਂ ਦੇਵੇਗਾ। ਕੀ ਇਹ ਲਿਖਤਾਂ ਉਸ ਤਰੀਕੇ ਬਾਰੇ ਗੱਲ ਕਰ ਰਹੀਆਂ ਹਨ, ਯੀਸ਼ੂ ਦੇ ਆਉਣ ਜਾਂ ਉਸ ਦੇ ਆਉਣ ਦੇ ਸਮੇਂ ਬਾਰੇ? ਜਦੋਂ ਬਾਈਬਲ ਚੋਰ ਬਾਰੇ ਗੱਲ ਕਰਦੀ ਹੈ, ਇਹ ਉਸ ਅਣਕਿਆਸੇ ਸਮੇਂ ਬਾਰੇ ਗੱਲ ਕਰਦੀ ਹੈ ਕਿ ਜਦੋਂ ਉਹ ਚੋਰ ਆਉਂਦਾ ਹੈ। ਹੁਣ ਦੇਖੋ ਕਿ ਕੋਈ ਚੋਰ ਆਪਣੇ ਹੱਥਾਂ ਨੂੰ ਪਿਆਲ ਕਰਦਾ ਹੈ ਅਤੇ ਉਹ ਆਪਣੇ ਮੂੰਹ ਤੋਂ ਹੀ ਚੇਤਾਵਨੀ ਦਿੰਦਾ ਆਉਂਦਾ ਹੈ ਕਿ ਦੇਖੋ ਮੈਂ ਆਉਂਦਾ ਹਾਂ, ਤਿਆਰ ਹੋ ਜਾਓ, ਮੈਂ ਤੁਹਾਡੇ ਕੋਲੋਂ ਜੋ ਵੀ ਚੀਜ਼ ਹੈ ਉਹ ਚੋਰੀ ਕਰਕੇ ਲੈ ਜਾਵਾਂਗਾ, ਤੁਸੀਂ ਤਿਆਰ ਹੋ ਜਾਓ। ਨਹੀਂ, ਉਹ ਜਦੋਂ ਆਉਂਦਾ ਹੈ ਉਸ ਦੀ ਆਉਣ ਦੀ ਉਮੀਦ ਘੱਟ ਤੋਂ ਘੱਟ ਹੁੰਦੀ ਹੈ, ਪਰ ਉਹ ਤੇਜ਼ੀ ਦੇ ਨਾਲ ਆਉਂਦਾ ਹੈ। 1995 ਅਤੇ 2001 ਦੇ ਵਿਚਕਾਰ ਸਟੀਫਨ ਬ੍ਰੀਟ ਵੀਜ਼ਰ, ਇੱਕ ਫਰਾਂਸੀਸੀ ਵੇਟਰ ਅਤੇ ਕਲਾ ਕੋਨੀਸੀਅਰ ਨੇ ਅਜਾਇਬ ਘਰਾਂ ਗੈਲਰੀਆਂ ਤੋਂ 200 ਤੋਂ ਵਧੇਰੇ ਆਈਟਮਾਂ ਚੋਰੀ ਕੀਤੀਆਂ ਸਨ, ਸਾਰੇ ਯੂਰਪ ਦੇ ਕਿਲਿਆਂ ਵਿੱਚੋਂ। ਕੁਝ ਅਧਿਕਾਰੀਆਂ ਵਜੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਜਿਹੜੀਆਂ ਚੋਰੀਆਂ ਉਸਨੇ ਕੀਤੀਆਂ ਸਨ, ਉਸ ਦਾ ਕੁੱਲ ਮੁੱਲ 1.4 ਬਿਲੀਅਨ ਅਮਰੀਕੀ ਡਾਲਰ ਹੈ। ਬ੍ਰੀਟ ਵੀਜ਼ਰ ਨੇ ਦਾਅਵਾ ਕੀਤਾ ਕਿ ਉਸਦਾ ਮਕਸਦ ਨਿਰੋਲ ਕਲਾਤਮਕ ਸੀ। ਉਸਨੇ ਚੋਰੀਆਂ ਕੀਤੀਆਂ ਚੀਜ਼ਾਂ ਵਿੱਚੋਂ ਕੋਈ ਨਹੀਂ ਵੇਚੀ, ਹਾਲਾਂਕਿ ਕਈਆਂ ਨੂੰ ਉਸਦੀ ਮਾਂ ਨੇ ਤਬਾਹ ਕਰ ਦਿੱਤਾ ਸੀ ਜਦੋਂ ਉਸਨੂੰ ਉਸਦੀ ਗ੍ਰਿਫਤਾਰੀ ਬਾਰੇ ਪਤਾ ਲੱਗਿਆ। ਬ੍ਰੀਟ ਵੀਜ਼ਰ ਨੇ ਸਪਸ਼ਟ ਤੌਰ ਤੇ ਆਪਣੀ ਚੋਰੀਆਂ ਦਾ ਸਮਾਂ ਦਿੱਤਾ ਸੀ ਕਿ ਇਹ ਅਚਾਨਕ ਹੀ ਹੋਵੇਗਾ। ਅਜਾਇਬ ਘਰ, ਗੈਲਰੀਆਂ ਅਤੇ ਕਿਲੇ ਉਹ ਉਸ ਲਈ ਵੀ ਤਿਆਰ ਨਹੀਂ ਸਨ, ਤੇ ਜਦੋਂ ਜਿਸ ਰਾਤੀ ਯੀਸ਼ੂ ਨੂੰ ਚੋਰ ਦੇ ਰੂਪ ਵਿੱਚ ਦਰਸਾਇਆ ਗਿਆ ਆਉਂਦਾ ਹੈ, ਦੁਨੀਆ ਵਿੱਚ ਉਹ ਉਸਦੀ ਉਮੀਦ ਨਹੀਂ ਰੱਖਣਗੇ। ਮੱਤੀ 24:36 ਵਿੱਚ, ਪਰ ਉਸ ਦਿਨ ਅਤੇ ਘੰਟੇ ਨੂੰ ਕੋਈ ਨਹੀਂ ਜਾਣਦਾ, ਸਵਰਗ ਦੇ ਫਰਿਸ਼ਤੇ ਵੀ ਨਹੀਂ, ਪਰ ਮੇਰੇ ਪਿਤਾ ਨੇ ਕਿਹਾ ਹੈ ਔਰ ਉਹ ਜਾਣਦੇ ਹਨ। ਬਾਈਬਲ ਇਹ ਨਹੀਂ ਸਿਖਾਉਂਦੀ ਕਿ ਉਹ ਆਉਂਦਾ ਹੈ ਚੋਰ ਦੇ ਤੌਰ ਤੇ, ਬਿਲਕੁਲ ਵੀ ਨਹੀਂ। ਮੱਤੀ ਨੂੰ ਨੋਟ ਕਰੋ, ਇਸ ਲਈ ਤੁਸੀਂ ਵੀ ਤਿਆਰ ਹੋ, ਕਿਉਂਕਿ ਮਨੁੱਖ ਦਾ ਪੁੱਤਰ 1 ਘੰਟੇ ਵਿੱਚ ਆ ਰਿਹਾ ਹੈ, ਤੁਸੀਂ ਉਸਦੀ ਉਮੀਦ ਨਹੀਂ ਰੱਖਦੇ। ਦੂਜੇ ਸ਼ਬਦਾਂ ਵਿੱਚ ਤੁਹਾਨੂੰ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਯੀਸ਼ੂ ਕਦੋਂ ਵਾਪਸ ਆਵੇਗਾ। ਦੂਜਾ ਆਗਮਨ, ਜਿਹੜੇ ਲੋਕ ਤਿਆਰ ਨਹੀਂ ਹਨ ਉਹਨਾਂ ਲਈ ਇੱਕ ਹੈਰਾਨੀਜਨਕ ਘਟਨਾ ਹੋਵੇਗੀ, ਪਰ ਜਿਨ੍ਹਾਂ ਨੇ ਆਪਣੀ ਬਾਈਬਲਾਂ ਦਾ ਅਧਿਐਨ ਕੀਤਾ ਹੈ ਤੁਹਾਡੇ ਵਾਂਗ, ਉਹ ਤਿਆਰ ਹੋ ਜਾਣਗੇ। ਹੁਣ ਸਮੀਕਰਨ ਬਾਰੇ ਕੀ ਹੋਵੇਗਾ? ਇੱਕ ਉਠਾ ਲਿੱਤਾ ਗਿਆ ਤੇ ਦੂਜਾ ਛੱਡ ਦਿੱਤਾ ਗਿਆ, ਜੋ ਕਿ ਲੂਕਾ ਉਸਦੀ 17:36 ਵਿੱਚ ਪਾਇਆ ਜਾਂਦਾ ਹੈ। ਉੱਥੇ ਲਿਖਿਆ ਹੈ, 2 ਬੰਦੇ ਮੈਦਾਨ ਵਿੱਚ ਹੋਵਣਗੇ, ਇੱਕ ਲੈ ਲਿੱਤਾ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ। ਕੀ ਇਹ ਲਿਖਤ ਕਹਿੰਦੀ ਹੈ ਕਿ ਜਿਹੜਾ ਬੰਦਾ ਛੱਡ ਦਿੱਤਾ ਗਿਆ ਹੈ ਉਹ ਜੀਵਤ ਬਚਿਆ ਜਾਵੇਗਾ? ਨਹੀਂ। ਲੋਕ ਰਾਏ ਇਹੋ ਕਹਿੰਦੀ ਹੈ, ਕਾਲਪਨਿਕ ਕਿਤਾਬਾਂ ਅਤੇ ਫਿਲਮਾਂ ਲੈਫਟ ਬਿਹਾਈਂਡ ਸੀਰੀਜ਼ ਵਰਗੀਆਂ, ਪਰ ਇਹ ਨਹੀਂ ਹੈ ਜੋ ਸ਼ਾਸਤਰ ਸਿਖਾਉਂਦਾ ਹੈ। ਲੂਕਾ 17:26 ਵਿੱਚ, ਜਿਵੇਂ ਕਿ ਨੋਹ ਦੇ ਦਿਨਾਂ ਵਿੱਚ ਸੀ, ਇਸ ਲਈ ਇਹ ਵੀ ਇਹਨਾਂ ਦਿਨਾਂ ਵਿੱਚ ਹੋਵੇਗਾ, ਜੋ ਕਿ ਮਨੁੱਖ ਦੇ ਪੁੱਤਰ ਦੇ ਦਿਨ ਹਨ। ਦੂਜੇ ਆਗਮਨ ਦੇ ਦੌਰਾਨ ਲੋਕ 2 ਕਿਸਮ ਦੇ ਹੋਣਗੇ, ਜਿਵੇਂ ਕਿ ਨੂਹ ਦੇ ਦਿਨ ਵਿੱਚ ਸੀ। ਇੱਕ ਕਿਸਮ ਦੇ ਲੋਕ ਜਿਹੜੇ ਕਿ ਬੇੜੀ ਵਿੱਚ ਸਨ ਤੇ ਉਹ ਬਚ ਗਏ ਸਨ, ਤੇ ਦੂਜਾ ਵਰਗ ਜਿਹੜਾ ਕਿ ਪਾਣੀ ਵਿੱਚ ਸੀ ਤੇ ਵਹਿ ਗਿਆ ਤੇ ਮਰ ਗਿਆ। ਯੀਸ਼ੂ ਨੇ 28 ਦੇ ਵਿੱਚ ਫਿਰ ਦੁਬਾਰਾ ਕਿਹਾ, ਇਸੇ ਤਰ੍ਹਾਂ ਜਿਵੇਂ ਕਿ ਲੂਤ ਦੇ ਦਿਨਾਂ ਵਿੱਚ ਸੀ। ਖੈਰ, ਲੂਤ ਦੇ ਦਿਨਾਂ ਵਿੱਚ ਕੀ ਹੋਇਆ ਸੀ? ਇੱਕ ਵਰਗ ਸੀ ਜਿਹੜਾ ਕਿ ਸ਼ਹਿਰੋਂ ਬਾਹਰ ਕੱਢ ਦਿੱਤਾ ਗਿਆ ਸੀ ਤੇ ਬਚਾਇਆ ਗਿਆ ਸੀ, ਤੇ ਦੂਜੇ ਵਰਗ ਦੇ ਲੋਕ ਉਹ ਸਨ ਜੋ ਕਿ ਸ਼ਹਿਰ ਦੇ ਵਿੱਚ ਸਾੜ ਦਿੱਤੇ ਸਨ। ਯੀਸ਼ੂ ਦੇ ਆਉਣ ਤੋਂ ਪਹਿਲਾਂ ਵੀ 2 ਵਰਗ ਦੇ ਲੋਕ ਹੋਣਗੇ, ਇੱਕ ਬਚ ਜਾਣਗੇ ਜੋ ਮਸੀਹ ਨੂੰ ਮਿਲਣ ਲਈ ਚੜਨਗੇ ਆਸਮਾਨਾਂ ਤੇ ਇੱਕ ਵਰਗ ਹਾਰ ਜਾਵੇਗਾ। ਉਹ ਲੋਕ ਹੋਣਗੇ, ਮਰੇ ਹੋਏ ਲੋਕ ਹੋਣਗੇ, ਮੈਨੂੰ ਮਾਫ ਕਰਨਾ, ਉਹ ਮਰ ਚੁੱਕੇ ਹਨ, ਅਤੇ ਮਸੀਹ ਦੇ ਦੂਜੇ ਆਗਮਨ ਤੇ ਉਹਨਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ। ਸੰਸਾਰ ਦੀ ਇਸ ਵੰਡ ਬਾਰੇ ਖੁਲਾਸਾ ਕਰਨਾ ਸਪਸ਼ਟ ਹੈ ਜੋ ਕਿ ਮਸੀਹ ਦੇ ਦੂਜੇ ਆਗਮਨ ਤੇ ਹੋਵੇਗੀ। ਜੇ ਅਸੀਂ ਮਸੀਹ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੇ ਆਉਣ ਤੋਂ ਡਰਦੇ ਹਾਂ, ਪ੍ਰਕਾਸ਼ਨ ਦੀ ਪੋਥੀ 6:16-17 ਉਹਨਾਂ ਦਾ ਵਰਣਨ ਇਸ ਤਰ੍ਹਾਂ ਕਰਦੀ ਹੈ, ਜਿਸ ਨੇ ਉਸ ਨੂੰ ਨਕਾਰ ਦਿੱਤਾ ਹੈ ਅਤੇ ਪਹਾੜਾਂ ਨੂੰ ਕਿਹਾ ਅਤੇ ਚੱਟਾਨਾਂ, ਸਾਡੇ ਉੱਤੇ ਡਿੱਗ ਆਓ, ਸਾਨੂੰ ਆਪਣੇ ਚਿਹਰੇ ਛੁਪਾਉਣ ਦਿਓ। ਉਸ ਦਾ ਜੋ ਤਖਤ ਤੇ ਕ੍ਰੋਧ ਤੇ ਬੈਠਦਾ ਹੈ, ਮੇਮਨੇ ਦਾ, ਉਸ ਦੇ ਗੁੱਸੇ ਦਾ ਮਹਾਨ ਦਿਨ ਆ ਗਿਆ ਹੈ ਅਤੇ ਉਸ ਦੇ ਸਾਹਮਣੇ ਕੌਣ ਖੜਾ ਹੋ ਸਕਦਾ ਹੈ? ਕਿੰਨਾ ਦੁਖਦਾਈ ਹੈ ਇਹ ਦ੍ਰਿਸ਼। ਉਹ ਉਹਨਾਂ ਨੂੰ ਬਚਾਉਣ ਲਈ ਆਉਂਦਾ ਹੈ, ਪਰ ਉਹ ਭੱਜ ਕੇ ਆਪਣੇ ਆਪ ਨੂੰ ਛੁਪਾ ਲੈਂਦੇ ਹਨ।
ਉਹਨਾਂ ਦੇ ਦਿਲ ਡਰ ਨਾਲ ਭਰੇ ਹੋਏ ਹਨ। ਉਹਨਾਂ ਨੇ ਉਸ ਸ਼ਾਂਤੀ ਦੇ ਬਾਦਸ਼ਾਹ ਨੂੰ ਹਲੇ ਆਪਣੇ ਦਿਲਾਂ ਵਿੱਚ ਸਵੀਕਾਰ ਨਹੀਂ ਕੀਤਾ ਹੋਇਆ। ਅੱਜ ਵੀ ਉਹਨਾਂ ਦੇ ਦਿਲ ਇਹ ਨਹੀਂ ਚਾਹੁੰਦੇ ਕਿ ਉਹ ਬ੍ਰਹਮੰਡ ਵਿੱਚ ਸ਼ਾਨ ਦਾ ਬਾਦਸ਼ਾਹ ਬਣੇ। ਉਹ ਦੌੜਦੇ ਹਨ, ਉਹ ਡਰ ਜਾਂਦੇ ਹਨ, ਉਹ ਰੋਂਦੇ ਹਨ, ਚਟਾਨਾਂ ਅਤੇ ਪਹਾੜਾਂ ਨੂੰ ਉਹਨਾਂ ਤੇ ਡਿੱਗਣ ਲਈ ਕਹਿੰਦੇ ਹਨ। ਇਸ ਲਈ ਜਦੋਂ ਬਾਈਬਲ ਸਾਨੂੰ ਮਸੀਹ ਦੇ ਦੂਜੇ ਆਗਮਨ ਦਾ ਵਰਣਨ ਕਰਦੀ ਹੈ, ਸਭ ਤੋਂ ਵੱਡੀਆਂ ਧੋਖਾਧੜੀਆਂ ਵਿੱਚੋਂ ਇਹ ਇੱਕ ਹੈ ਕਿ ਜੋ ਲੋਕ ਇਹ ਸੋਚਦੇ ਹਨ ਕਿ ਉਹਨਾਂ ਨੂੰ ਧਰਤੀ ਤੇ ਛੱਡ ਦਿੱਤਾ ਜਾਵੇਗਾ ਤੇ ਉਹਨਾਂ ਨੂੰ ਦੂਜਾ ਮੌਕਾ ਮਿਲੇਗਾ ਇਸ ਕਿਆਮਤ ਦੇ ਦੌਰਾਨ। ਨਹੀਂ, ਸ਼ੈਤਾਨ ਨੇ ਇਹ ਝੂਠ ਲੋਕਾਂ ਨੂੰ ਧੋਖਾ ਦੇਣ ਲਈ ਵੇਚਿਆ ਹੈ ਤਾਂ ਜੋ ਉਹ ਉਹਨਾਂ ਦੀ ਮੁਕਤੀ ਨੂੰ ਬੰਦ ਕਰ ਸਕੇ। ਉਹ ਸੋਚਦੇ ਹਨ ਮੈਂ ਆਪਣੀ ਮੁਕਤੀ ਨੂੰ ਰੋਕ ਸਕਦਾ ਹਾਂ ਅਤੇ ਮੁਸੀਬਤ ਦੌਰਾਨ ਮੈਂ ਉਦੋਂ ਗੰਭੀਰ ਹੋ ਸਕਦਾ ਹਾਂ। ਨਹੀਂ, ਆਪਣੇ ਫੈਸਲੇ ਵਿੱਚ ਦੇਰੀ ਨਾ ਕਰੋ ਦੋਸਤੋ। ਪ੍ਰਕਾਸ਼ਨ ਦੀ ਕਿਤਾਬ ਦੇ ਅਨੁਸਾਰ ਅਤੇ ਯੀਸ਼ੂ ਦੀ ਸਿੱਖਿਆ ਦੇ ਅਨੁਸਾਰ ਕੋਈ ਦੂਜਾ ਮੌਕਾ ਨਹੀਂ ਹੈ। ਹੁਣ ਤੁਹਾਡੀ ਮੁਕਤੀ ਬਾਰੇ ਗੰਭੀਰ ਹੋਣ ਦਾ ਸਮਾਂ ਆ ਗਿਆ ਹੈ। ਜਿਵੇਂ ਕਿ ਨੂਹ ਦੇ ਦਿਨ ਵਿੱਚ ਫਰਿਸ਼ਤੇ ਸੀਲ ਕਰ ਦਿੱਤਾ ਗਿਆ ਸੀ, ਬੇੜੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ ਤੇ ਮੀਂਹ ਪੈਣ ਲੱਗ ਪਿਆ। ਉਸ ਵੇਲੇ ਕੋਈ ਵੀ ਬੇੜੀ ਦੇ ਅੰਦਰ ਨਹੀਂ ਜਾ ਸਕਿਆ ਸੁਰੱਖਿਆ ਲਈ, ਚਾਹੇ ਉਹ ਕਿੰਨੀ ਵੀ ਉੱਚੀ ਚੀਕਾਂ ਮਾਰਦਾ ਰਵੇ ਜਾਂ ਉਹਨਾਂ ਨੇ ਕਿੰਨਾ ਕੀ ਸਖਤ ਦਰਵਾਜ਼ਾ ਖੜਕਾਇਆ ਹੋਵੇ। ਪਰ ਇਹ ਸਭ ਖਤਮ ਹੋ ਗਿਆ ਸੀ। ਬਚਾਏ ਜਾਣ ਦਾ ਉਹਨਾਂ ਦੇ ਕੋਲ ਕੋਈ ਦੂਜਾ ਮੌਕਾ ਨਹੀਂ ਸੀ। ਜਿਵੇਂ ਤੁਸੀਂ ਯੀਸ਼ੂ ਨੂੰ ਬੱਦਲਾਂ ਵਿੱਚ ਆਉਂਦੇ ਹੋਏ ਵੇਖਦੇ ਹੋ, ਉਹ ਉਸ ਇਨਾਮ ਨੂੰ ਲੈ ਕੇ ਆਉਂਦਾ ਹੈ। ਸਭ ਕੁਝ ਤੈਅ ਹੋ ਚੁੱਕਾ ਹੈ। ਤੁਸੀਂ ਉੱਪਰ ਨਹੀਂ ਵੇਖ ਸਕਦੇ ਤੇ ਨਹੀਂ ਕਹਿ ਸਕਦੇ ਕਿ ਉਹ ਹੁਣ ਮੈਨੂੰ ਦੇਖ ਰਿਹਾ ਹੈ। ਉਹ ਹੁਣ ਮੈਂ ਉਸ ਤੇ ਵਿਸ਼ਵਾਸ ਕਰਦਾ ਹਾਂ ਕਿਉਂਕਿ ਤਦ ਬਹੁਤ ਦੇਰ ਹੋ ਜਾਵੇਗੀ। ਬਿਨਾਂ ਕਿਸੇ ਦੂਜੇ ਦਿਨ ਨੂੰ ਦੇਖਦੇ ਹੋਏ ਚੱਲੋ। ਇਹ ਤੁਹਾਡੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਹੈ। ਅੱਜ ਹੀ ਯੀਸ਼ੂ ਦੀ ਚੋਣ ਕਰੋ ਅਤੇ ਤੁਸੀਂ ਜਦੋਂ ਅਜਿਹਾ ਕਰਦੇ ਹੋ ਤਾਂ ਤੁਹਾਡਾ ਮਿੱਠਾ ਇਨਾਮ ਅਜਿਹਾ ਦੇਵੇਗਾ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਆਓ ਅਸੀਂ ਇੱਕ ਝਲਕ ਦੇਖੀਏ ਕਿ ਉਹ ਇਨਾਮ ਕੀ ਹੈ ਜੋ ਕਿ ਸਵਰਗ ਵਿੱਚ ਹੋਵੇਗਾ। ਯੀਸ਼ੂ ਯਹੂਨਾ 14 ਦੀ 2 ਤੇ 3 ਵਿੱਚ ਕਹਿੰਦਾ ਹੈ, ਵੇਖੋ ਮੈਂ ਤਿਆਰੀ ਕਰਨ ਜਾਣਾ ਹਾਂ ਤੁਹਾਡੇ ਲਈ ਇੱਕ ਥਾਂ ਲਈ, ਅਤੇ ਜੇ ਮੈਂ ਤੁਹਾਡੇ ਲਈ ਉੱਥੇ ਕੋਈ ਥਾਂ ਤਿਆਰ ਕਰਦਾ ਹਾਂ, ਮੈਂ ਫਿਰ ਆਵਾਂਗਾ ਤਾਂ ਜੋ ਮੈਂ ਤੁਹਾਨੂੰ ਆਪਣੇ ਕੋਲ ਲੈ ਕੇ ਜਾਵਾਂ, ਤਾਂ ਜੋ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋ ਸਕੋ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਬ੍ਰਹਮੰਡ ਦਾ ਬਾਦਸ਼ਾਹ ਤੁਹਾਨੂੰ ਕਹਿੰਦਾ ਹੈ ਕਿ ਉਹ ਤੁਹਾਡੇ ਨਾਲ ਰਹਿਣਾ ਚਾਹੁੰਦਾ ਹੈ? ਇਸ ਲਈ ਉਹ ਸੰਘਰਸ਼ ਦੀਆਂ ਹਵਾਵਾਂ ਨੂੰ ਰੋਕ ਰਿਹਾ ਹੈ ਇਸ ਸਮੇਂ, ਕਿਉਂਕਿ ਉਹ ਚਾਹੁੰਦਾ ਹੈ ਕਿ ਸਾਰਿਆਂ ਨੂੰ ਉਸ ਨੂੰ ਚੁਣਨ ਦਾ ਮੌਕਾ ਮਿਲ ਸਕੇ। ਦੂਜੇ ਆਗਮਨ ਤੇ ਤਿਆਰ ਰਹਿਣ ਦੀ ਚੋਣ ਕਰੋ, ਸਵਰਗ ਦੀ ਚੋਣ ਕਰੋ। ਤੁਸੀਂ ਦੇਖਦੇ ਹੋ ਯੀਸ਼ੂ ਸਿਰਫ ਇੱਕ ਹੋਰ ਆਤਮਾ ਚਾਹੁੰਦਾ ਹੈ, ਬਸ ਇੱਕ ਹੋਰ। ਇਹ ਮੈਨੂੰ ਡੇਸਮੰਡ ਡੋਜ਼ ਦੀ ਸੱਚੀ ਬਚਾਅ ਕਹਾਣੀ ਦੀ ਯਾਦ ਦਿਵਾਉਂਦਾ ਹੈ। ਇੱਕ 7ਵੇਂ ਦਿਨ ਦਾ ਐਡਵੈਂਟਿਸਟ ਜੋ ਦਲੇਰੀ ਨਾਲ ਖੜਾ ਸੀ, ਪਰਮੇਸ਼ਵਰ ਦੇ ਲਈ ਉਸ ਦੇ ਵਿਸ਼ਵਾਸ ਤੇ ਕਾਇਮ ਸੀ। ਉਹ ਸਭ ਤੋਂ ਖੂਨੀ ਲੜਾਈ ਦੌਰਾਨ ਓਕੀਨਾਵਾ ਵਿੱਚ ਸੀ, ਦੂਜੇ ਵਿਸ਼ਵ ਯੁੱਧ ਦੇ, ਅਤੇ 75 ਬੰਦਿਆਂ ਨੂੰ ਉਸਨੇ ਬਚਾਇਆ ਸੀ ਬਿਨਾਂ ਗੋਲੀਆਂ ਚਲਾਉਂਦੇ ਹੋਏ ਬੰਦੂਕ ਲੈ ਕੇ। ਇੱਕ ਫੌਜੀ ਡਾਕਟਰ ਵਜੋਂ ਉਸਨੇ ਇਕੱਲੇ ਹੱਥ ਨਾਲ ਜ਼ਖਮੀਆਂ ਨੂੰ ਦੁਸ਼ਮਣ ਦੀਆਂ ਲਾਈਨਾਂ ਦੇ ਪਿੱਛੇ ਤੋਂ ਬਾਹਰ ਕੱਢਿਆ। ਉਸਨੇ ਗੋਲੀਆਂ ਦੀ ਰੋਕ ਵਿੱਚ ਹਿੰਮਤ ਕੀਤੀ ਜਵਾਨਾਂ ਦੀ ਦੇਖਭਾਲ ਕਰਦੇ ਸਮੇਂ, ਅਤੇ ਇੱਕ ਗ੍ਰੇਨੇਡ ਨਾਲ ਵੀ ਉਹ ਜ਼ਖਮੀ ਹੋ ਗਿਆ ਸੀ, ਪਰ ਪਰਮੇਸ਼ਵਰ ਨੇ ਉਸਦੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਿਆ। ਡੇਸਮੰਡ ਪਰਮੇਸ਼ਵਰ ਦਾ ਵਫਾਦਾਰ ਸੀ ਅਤੇ ਉਹ ਇੱਕ ਗਵਾਹ ਸੀ ਸਾਰੇ ਸੰਸਾਰ ਲਈ, ਅਤੇ ਪਰਮੇਸ਼ਵਰ ਨੇ ਉਸ ਨੂੰ ਬਹੁਤ ਵਰਤਿਆ ਤਾਂ ਜੋ ਉਹ ਬਹੁਤ ਸਾਰੇ ਲੋਕਾਂ ਨੂੰ ਬਚਾ ਸਕੇ। ਸਾਰੇ ਯੁੱਗ ਵਿੱਚ ਪਰਮੇਸ਼ਵਰ ਦੇ ਨੈਤਿਕ ਨਾਇਕ ਰਹਿ ਰਹੇ ਹਨ ਡੇਸਮੰਡ ਡੋਸਵਾ। ਮੈਨੂੰ ਡੇਸਮੰਡ ਦੀ ਪ੍ਰਾਰਥਨਾ ਪਸੰਦ ਹੈ। ਆਓ ਅਸੀਂ ਹਰ ਇੱਕ ਨੂੰ ਪ੍ਰਾਰਥਨਾ ਕਰੀਏ। ਕਿਰਪਾ ਕਰਕੇ ਪ੍ਰਭੂ ਮੈਨੂੰ ਇੱਕ ਹੋਰ ਦਿਓ, ਸਵਰਗ ਲਈ ਕੇਵਲ ਇੱਕ ਹੋਰ ਆਤਮਾ, ਕਿਉਂਕਿ ਸਵਰਗ ਪਰਮੇਸ਼ਵਰ ਦਾ ਅੰਤਿਮ ਤੋਹਫਾ ਹੈ ਅਤੇ ਮੈਂ ਜਿੱਥੇ ਵੀ ਹੋਵਾਂ ਮੈਂ ਪਸੰਦ ਰਹਾਂਗਾ ਜਦੋਂ ਤੱਕ ਮੈਂ ਯੀਸ਼ੂ ਦੇ ਨਾਲ ਹਾਂ, ਕਿਉਂਕਿ ਪਰਮੇਸ਼ਵਰ ਨੇ ਸਾਨੂੰ ਸਵਰਗ ਦੀ ਝਲਕ ਦਿੱਤੀ ਹੈ। ਆਓ ਹੁਣ ਇਕੱਠੇ ਉੱਥੇ ਚੱਲੀਏ। ਜਦੋਂ ਤੁਸੀਂ ਪ੍ਰਕਾਸ਼ਨ 21 ਅਤੇ 22 ਵਰਗੇ ਅਧਿਆਇਆਂ ਨੂੰ ਪੜ੍ਹਦੇ ਹੋ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਪ੍ਰਭੂ ਨੂੰ ਮਿਲਣ ਲਈ ਉੱਠਣ ਤੋਂ ਬਾਅਦ ਹਵਾ ਵਿੱਚ ਅਸੀਂ ਗ੍ਰਹਿਾਂ ਤੋਂ ਵੀ ਅੱਗੇ ਵੱਧਦੇ ਹਾਂ ਅਤੇ ਸਾਡੀਆਂ ਅੱਖਾਂ ਪਹਿਲੀ ਵਾਰ ਸਵਰਗ ਨੂੰ ਦੇਖਦੀਆਂ ਹਨ। ਇਸ ਦੇ 12 ਗੇਟ ਵਿਸ਼ਾਲ ਮੋਤੀਆਂ ਨਾਲ ਬਣੇ ਹਨ ਅਤੇ ਇਸ ਦੀਆਂ 12 ਨੀਆਂ ਹਰੇਕ ਕੀਮਤੀ ਰਤਨਾਂ ਨਾਲ ਬਣੀਆਂ ਹਨ। ਅਸੀਂ ਸ਼ੁੱਧ ਸੋਨੇ ਦੀਆਂ ਗਲੀਆਂ ਨੂੰ ਦੇਖਦੇ ਹਾਂ ਜਿਸ ਬਾਰੇ ਤੁਸੀਂ ਸੁਪਨੇ ਤੇ ਸੁਪਨੇ ਲੈ ਚੁੱਕੇ ਹੋ, ਅਤੇ ਹੁਣ ਉਹਨਾਂ ਨੂੰ ਤੁਸੀਂ ਆਪਣੀ ਅੱਖਾਂ ਨਾਲ ਜਿਉਂਦੇ ਵੇਖਦੇ ਹੋ ਅਤੇ ਉਸ ਰੋਸ਼ਨੀ ਦੀ ਲਪੇਟ ਵਿੱਚ ਹੋ ਜੋ ਪਰਮੇਸ਼ਵਰ ਦੀ ਸ਼ਾਨ ਤੇ ਮਹਿਮਾ ਹੈ। ਬਾਣੀ ਤੁਹਾਨੂੰ ਦੱਸਦੀ ਹੈ ਕਿ ਸੂਰਜ ਜਾਂ ਚੰਨ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਪਰਮੇਸ਼ਵਰ ਜਿੱਥੇ ਵੀ ਰਹਿੰਦਾ ਹੈ ਉਹ ਖੁਦ ਚਮਕਦਾ ਹੈ ਜਿਵੇਂ ਕਿ ਅੱਗ ਵਰਗੀ ਉਸਦੀ ਚਮਕ ਹੋਵੇ। ਇਸ ਤੋਂ ਬਾਅਦ ਅਸੀਂ ਜੀਵਨ ਦੀ ਨਦੀ ਵੱਲ ਦੌੜਦੇ ਹਾਂ ਜੋ ਪਰਮੇਸ਼ਵਰ ਦੇ ਤਖਤ ਤੋਂ ਬਾਹਰ ਵਹਿੰਦੀ ਹੈ, ਕਿਉਂਕਿ ਅਸੀਂ ਉਸ ਬਦਨਾਮ ਰੁੱਖ ਨੂੰ ਵੇਖਦੇ ਹਾਂ, ਉਹ ਰੁੱਖ ਜਿਸ ਨੂੰ ਅਸੀਂ ਦਾਵਤ ਦੇਵਾਂਗੇ, ਜਿੱਥੇ ਸਾਨੂੰ ਅਮਰਤਾ ਮਿਲਦੀ ਹੈ, ਜੀਵਨ ਦਾ ਰੁੱਖ ਜਿਸ ਵਿੱਚ 12 ਕਿਸਮ ਦੇ ਫਲ ਹੁੰਦੇ ਹਨ, ਅਤੇ ਜਿਸ ਚੀਜ਼ ਦੀ ਤੇ ਵੀ ਨਿਗਾਹ ਮਾਰੋਗੇ ਅਸੀਂ ਇਸ ਨੂੰ ਆਪਣੇ ਮਨ ਵਿੱਚ ਲਪੇਟ ਨਹੀਂ ਸਕਦੇ, ਕਿਉਂਕਿ ਪਵਿੱਤਰ ਸ਼ਹਿਰ
ਬਹੁਤ ਵੱਡਾ ਹੈ। ਇਹ ਪੂਰੀ ਤਰ੍ਹਾਂ ਵਰਗਾਕਾਰ, ਹਰੇਕ ਕੰਧ 375 ਮੀਲ ਅਤੇ ਹਰ ਕੋਈ ਪੂਰੀ ਤਰ੍ਹਾਂ ਅੰਦਰ ਫਿੱਟ ਬੈਠਦਾ ਹੈ। ਪਰਮੇਸ਼ਵਰ ਨੇ ਹਰ ਵੇਰਵੇ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਤਿਆਰ ਕੀਤਾ ਹੈ, ਜਿਵੇਂ ਕਿ ਸਾਡੇ ਨਵੇਂ ਸਰੀਰ ਬਹੁਤ ਸੁੰਦਰ ਹੋਣਗੇ, ਸਾਡੇ ਅਮਰ ਸੰਪੂਰਨ ਮਾਸ ਅਤੇ ਹੱਡੀਆਂ ਦੇ ਸਰੀਰ ਨਾਲ, ਸਾਡੇ ਸਿਰਜਣਹਾਰ, ਸਾਡੇ ਮਾਲਕ, ਸਾਡੇ ਰਾਜਾ ਯਿਸੂ ਵਾਂਗ। ਅਤੇ ਜਿਵੇਂ ਜਿਵੇਂ ਦਿਨ ਬੀਤਦੇ ਹਨ, ਇਹ ਹੋਰ ਵੀ ਜ਼ਿਆਦਾ ਸਪਸ਼ਟ ਹੋ ਜਾਂਦਾ ਹੈ ਕਿ ਅਸਲ ਵਿੱਚ ਕੋਈ ਦਰਦ ਨਹੀਂ ਹੈ ਉੱਥੇ, ਕੋਈ ਡਰ ਨਹੀਂ ਤੇ ਨਾ ਹੀ ਕੋਈ ਹੰਝੂ। ਅਸੀਂ ਉਸ ਸਾਰੀ ਖੁਸ਼ੀ ਨਾਲ ਭਰ ਜਾਂਦੇ ਹਾਂ ਜੋ ਸਾਡੇ ਅੰਦਰ ਹੈ। ਇਹ ਸਾਡੇ ਆਸ-ਪਾਸ ਹੈ, ਜਿਸ ਨੂੰ ਅਸੀਂ ਸਾਂਝਾ ਕਰਦੇ ਹਾਂ ਸਾਰੇ ਵਿਸ਼ਵਾਸੀਆਂ ਦੇ ਨਾਲ ਇਕੱਠਿਆਂ। ਨਾਲੋਂ ਨਾਲ ਅਸੀਂ ਆਪਣੇ ਸਿਰਜਣਹਾਰ ਮੁਕਤੀਦਾਤਾ ਦੀ ਪ੍ਰਸ਼ੰਸਾ ਕਰਦੇ ਹਾਂ। ਦੋਸਤੋ, ਬਸ ਇਸ ਬਾਰੇ ਸੋਚਦੇ ਰਹੋ। ਹੁਣ ਇਹ ਵਿਸ਼ਵਾਸ ਹੀ ਨਹੀਂ ਕੀਤਾ ਜਾਂਦਾ। ਆਓ ਅਸੀਂ ਇਕੱਠਿਆਂ ਇਸ ਨੂੰ ਪਵਿੱਤਰ ਸ਼ਾਸਤਰ ਵਿੱਚ ਵੇਖੀਏ, ਤਾਂ ਜੋ ਤੁਹਾਡੇ ਕੋਲ ਇਸ ਸੁੰਦਰ ਵਾਅਦੇ ਹੋਣ ਅਤੇ ਸਵਰਗ ਦੇ ਵਰਣਨ ਤੁਹਾਡੀ ਆਪਣੀ ਬਾਈਬਲ ਵਿੱਚ ਨਿਸ਼ਾਬੱਧ ਕੀਤੇ ਗਏ ਹਨ। ਆਓ ਅਸੀਂ ਸ਼ਸਤਰਾਂ ਵੱਲ ਨਜ਼ਰ ਮਾਰੀਏ। ਅਸਲ ਵਿੱਚ ਵੱਡੇ ਮੋਤੀ ਹਨ, ਇਸ ਨੂੰ ਸੁਣੋ। ਪ੍ਰਕਾਸ਼ਨ 21:21 ਵਿੱਚ 12 ਦਰਵਾਜ਼ੇ ਸਨ, 12 ਮੋਤੀ ਹਰੇਕ ਵਿਅਕਤੀਗਤ ਗੇਟ ਵਿੱਚ ਇੱਕ ਮੋਤੀ ਦੇ ਸਨ ਅਤੇ ਸ਼ਹਿਰ ਦੀ ਗਲੀ ਸੋਨੇ ਦੀ ਸੀ, ਪਾਰਦਰਸ਼ੀ ਕੱਚ ਵਾਂਗ। ਕੀ ਤੁਸੀਂ ਜਾਣਦੇ ਹੋ ਕਿ ਮੋਤੀਆਂ ਦਾ ਕੀ ਹੈ? ਇੱਕ ਛੋਟਾ ਜਿਹਾ ਚਿੜਚਿੜਾ ਇੱਕ ਔਸਟਰ ਦੇ ਖੋਲ ਕੇ ਅੰਦਰ ਤਿਲਕ ਜਾਂਦਾ ਹੈ, ਜਿਵੇਂ ਕਿ ਇੱਕ ਛੋਟਾ ਜੀਵ ਪੀੜਤ ਹੈ। ਇਹ ਉਸ ਚਿੜਚਿੜੇ ਨੂੰ ਇੱਕ ਚਮਕਦਾਰ ਰਤਨ ਵਿੱਚ ਬਦਲ ਦਿੰਦਾ ਹੈ। ਦਰਵਾਜ਼ੇ ਮੋਤੀ ਦੇ ਹਨ। ਤੁਹਾਡਾ ਪਰਮੇਸ਼ਵਰ ਪ੍ਰਦਾਨ ਕਰਦਾ ਹੈ ਉਸ ਪ੍ਰਵੇਸ਼ ਦੁਆਰ ਨੂੰ ਕਿ ਉਹ ਮੇਰਾ ਪ੍ਰਵੇਸ਼ ਦੁਆਰ ਹੈ। ਅਸੀਮ ਨਿੱਜੀ ਦੁੱਖਾਂ ਤੇ ਜਿਵੇਂ ਕਿ ਮਸੀਹ ਵਿੱਚ ਹਨ, ਉਸਨੇ ਆਪਣੇ ਨਾਲ ਸਭ ਕੁਝ ਸਹਿ ਲਿਆ। ਪ੍ਰਕਾਸ਼ਨ 21:19 ਤੇ 20। ਨੀਹਾਂ ਸ਼ਹਿਰ ਦੀ ਕੰਧ ਨੂੰ ਹਰ ਤਰ੍ਹਾਂ ਨਾਲ ਸਜਾਇਆ ਗਿਆ ਹੈ। ਕੀਮਤੀ ਪੱਥਰਾਂ ਦੀ ਪਹਿਲੀ ਨੀਂਹ ਜੈਸਪਰ ਸੀ, ਦੂਜਾ ਨੀਲਮ, ਤੀਜੀ ਚਾਲਸੀਡੋਨੀ, ਚੌਥਾ ਐਮਰੋल्ड, ਪੰਜਵਾਂ ਸਰਡੋਨਿਕਸ, ਛੇਵਾਂ ਸੌਰਡੀਅਸ, ਸੱਤਵਾਂ ਕ੍ਰਿਸਟੋਲਾਈਟ, ਅੱਠਵਾਂ ਬੈਰੀਅਲ, ਨੌਵਾਂ ਟੋਪਾਜ਼, 10ਵੀਂ ਕ੍ਰਿਸੋਪ੍ਰਾਸ, 11ਵੀਂ ਜੈਸਿਨ ਅਤੇ 12ਵੀਂ ਦਾ ਅਮੈਥਿਸਟ। ਵਾਹ, ਪਰਮੇਸ਼ਵਰ ਨੇ ਕੇਵਲ ਬਹੁਤ ਹੀ ਵਧੀਆ ਸਮੱਗਰੀ ਦੀ ਵਰਤੋਂ ਕੀਤੀ ਹੈ ਸ਼ਹਿਰ ਦੀ ਉਸਾਰੀ ਵਿੱਚ। ਜੇ ਤੁਸੀਂ ਇਹਨਾਂ ਰਤਨਾਂ ਵਿੱਚੋਂ ਹਰੇਕ ਨੂੰ ਤੈਅ ਕਰਨਾ ਸੀ ਇੱਕ ਦੂਜੇ ਦੇ ਉੱਪਰ, ਇਹ ਸਭ ਤੋਂ ਖੂਬਸੂਰਤ ਰੇਨਬੋ ਬਣਾਉਂਦਾ ਹੈ। ਕੀ ਸਾਡਾ ਰਚਨਾਕਾਰ ਇੰਨਾ ਕਲਾਤਮਕ ਨਹੀਂ ਹੈ? ਵਾਅਦੇ ਦੀ ਇੱਕ ਰੇਨਬੋ ਪਵਿੱਤਰ ਸ਼ਾਸਤਰ ਦੀ ਨੀਂਹ ਹੈ। ਇੱਥੇ ਕੋਈ ਰਾਤ ਨਹੀਂ ਹੋਵੇਗੀ। ਉਹਨਾਂ ਨੂੰ ਨਾ ਤਾਂ ਕਿਸੇ ਦੀਵੇ ਦੀ ਲੋੜ ਪਵੇਗੀ ਤੇ ਨਾ ਹੀ ਸੂਰਜ ਦੀ ਰੋਸ਼ਨੀ ਦੀ ਲੋੜ, ਕਿਉਂਕਿ ਪ੍ਰਭੂ ਉਹਨਾਂ ਨੂੰ ਆਪ ਪ੍ਰਕਾਸ਼ ਦਿੰਦਾ ਹੈ ਅਤੇ ਉਹ ਸਦਾ ਲਈ ਰਾਜ ਕਰਨਗੇ। ਪ੍ਰਕਾਸ਼ਨ 22:1-2। ਅਤੇ ਉਸਨੇ ਮੈਨੂੰ ਦਿਖਾਇਆ ਜੀਵਨ ਦਾ ਸ਼ੁੱਧ ਪਾਣੀ, ਕ੍ਰਿਸਟਲ ਵਾਂਗ ਸਪਸ਼ਟ, ਅੱਗੇ ਵਧਦਿਆਂ ਰੱਬ ਦਾ ਤਖਤ ਅਤੇ ਮੇਮਨੇ ਦਾ। ਇਸ ਦੀ ਗਲੀ ਦੇ ਵਿਚਕਾਰ ਅਤੇ ਜਾਂ ਤਾਂ ਨਦੀ ਦਾ ਇੱਕ ਪਾਸਾ ਜੀਵਨ ਦਾ ਰੁੱਖ ਸੀ, ਜਿਸ ਵਿੱਚ 12 ਫਲ ਸਨ। ਹਰੇਕ ਰੁੱਖ ਦਾ ਝਾੜ, ਇਸ ਦਾ ਫਲ ਹਰ ਮਹੀਨੇ ਰੁੱਖ ਦੇ ਪੱਤੇ ਠੀਕ ਹੋਣ ਲਈ ਸਨ, ਕੌਮਾਂ ਦੇ। ਪਹਿਲਾਂ ਆਓ ਵੇਖੀਏ ਕਿ ਜੀਵਨ ਦੀਆਂ ਜੜ੍ਹਾਂ ਦਾ ਰੁੱਖ ਕਿਵੇਂ ਨਦੀ ਦੇ ਦੋਵੇਂ ਪਾਸੇ ਸਨ। ਇਹ ਰੁੱਖ ਕਿੰਨਾ ਵਿਸ਼ਾਲ ਹੋਣਾ ਚਾਹੀਦਾ ਹੈ। ਪੱਤੇ ਅਤੇ ਫਲ ਅਨੰਤਤਾ ਨੂੰ ਕਾਇਮ ਰੱਖਦੇ ਹਨ। ਪਰਮੇਸ਼ਵਰ ਦੇ ਲੋਕਾਂ ਲਈ ਸਦੀਵੀ ਜੀਵਨੀ ਪ੍ਰਦਾਨ ਕਰਨਾ। ਉਤਪਤੀ 3:22 ਕਹਿੰਦੀ ਹੈ, ਜੀਵਨ ਦੇ ਰੁੱਖ ਨੂੰ ਵੀ ਲਓ, ਖਾਣਾ, ਸਦਾ ਲਈ ਜੀਓ। ਪਰਮੇਸ਼ਵਰ ਨੇ ਸਾਨੂੰ ਉਸ ਦੇ ਨਾਲ ਰਹਿਣ ਲਈ ਇੱਕ ਡਿਜ਼ਾਈਨ ਕੀਤਾ। ਪਵਿੱਤਰ ਸ਼ਾਸਤਰ ਵਿੱਚ ਸਾਨੂੰ ਪਵਿੱਤਰ ਸ਼ਹਿਰ ਵਿੱਚ ਇੱਕ ਵਰਣਨ ਕੀਤਾ ਗਿਆ ਹੈ। ਇੱਕ ਆਰਕੀਟੈਕਟ ਦਾ ਸੁਪਨਾ ਹੈ। ਸ਼ਹਿਰ ਨੂੰ ਇੱਕ ਚੌਕ ਦੇ ਰੂਪ ਵਿੱਚ ਬਣਾਇਆ ਗਿਆ ਹੈ। ਇਸ ਦੀ ਲੰਬਾਈ ਇਸ ਦੀ ਚੌੜਾਈ ਜਿੰਨੀ ਵੀ ਵੱਡੀ ਹੈ ਅਤੇ ਉਸ ਨੇ ਸ਼ਹਿਰ ਨੂੰ ਰੀਡ ਨਾਲ ਮਾਪਿਆ 12,000 ਫਰਲਾਂਗ। ਇਸ ਦੀ ਲੰਬਾਈ, ਚੌੜਾਈ ਅਤੇ ਉਚਾਈ ਬਰਾਬਰ ਹੈ। ਪ੍ਰਾਚੀਨ ਸ਼ਹਿਰਾਂ ਨੂੰ ਮਾਪਿਆ ਗਿਆ ਬਾਰੀਕ ਕੰਧ ਦੇ ਘੇਰੇ ਦੇ ਦੁਆਰਾ। ਇੱਕ ਫਰਲਾਂਗ ਮੀਲ ਦਾ 1/8ਵਾਂ ਭਾਗ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਸ਼ਹਿਰ ਵਿੱਚ ਇੱਕ ਘੇਰਾ ਹੋਵੇਗਾ 1500 ਮੀਲ ਦਾ। ਅਤੇ ਕਿਉਂਕਿ ਇਹ ਵਰਗ ਹੈ, ਹਰੇਕ ਕੰਧ ਦੀ ਲੰਬਾਈ 375 ਮੀਲ ਹੋਵੇਗੀ। ਹੁਣ ਇਹ ਇੱਕ ਆਦਰਸ਼ ਵਰਗਾ ਹੈ। ਇਹ ਉਹੀ ਲੰਬਾ ਹੈ ਕਿਉਂਕਿ ਇਹ ਓਨਾ ਹੀ ਚੌੜਾ ਹੈ, ਪਰ ਧਿਆਨ ਦਿਓ ਕਿ ਉਚਾਈ ਹੀ ਬਰਾਬਰ ਹੈ। ਇਸ ਲਈ ਇਹ 375 ਮੀਲ ਉੱਥੋਂ ਹੀ ਹੋਵੇਗੀ ਤੇ ਇਸ ਵਿੱਚ ਸ਼ਾਮਿਲ ਹੋਵੇਗਾ 140,625 ਵਰਗ ਮੀਲ, ਜੋ ਵਧੇਰੇ ਖੇਤਰ ਹੈ। ਜੇ ਤੁਸੀਂ ਇਸ ਬਾਰੇ ਸੋਚਦੇ ਹੋ ਤਾਂ US ਵਿੱਚ ਇੱਥੇ ਵਰਜੀਨੀਆ ਨਾਲੋਂ ਵੱਧ ਹੋਵੇਗਾ। ਡਿਸਟ੍ਰਿਕਟ ਆਫ ਕੋਲੰਬੀਆ, ਪੈਨਸਿਲਵੇਨੀਆ, ਮੈਰੀਲੈਂਡ, ਨਿਊ ਜਰਸੀ, ਰੋਡ ਆਈਲੈਂਡ ਅਤੇ ਵਰਮੌਂਟ ਨੇ ਮਿਲ ਕੇ ਕੰਮ ਕੀਤਾ। ਘੱਟੋ ਘੱਟ 39 ਬਿਲੀਅਨ ਦਾ ਅੰਦਾਜ਼ਾ ਘੱਟੋ ਘੱਟ ਸ਼ਹਿਰ ਦੇ ਅੰਦਰ ਫਿੱਟ ਹੋ ਸਕਦਾ ਹੈ। ਇਸ ਸਮੇਂ ਸਾਡੇ ਕੋਲ ਇਸ ਧਰਤੀ ਤੇ 7.8 ਬਿਲੀਅਨ ਲੋਕ ਰਹਿੰਦੇ ਹਨ, ਤਾਂ ਜੋ ਇਹ ਲਗਭਗ 5 ਗੁਣਾ ਜ਼ਿਆਦਾ ਹੋਵੇਗਾ ਅਤੇ ਇਹ ਸ਼ਹਿਰ ਦੇ ਅੰਦਰ ਆਸਾਨੀ ਨਾਲ ਫਿੱਟ ਹੋ ਸਕਦਾ ਹੈ। ਵਾਹ, ਮੇਰੇ ਤੋਂ ਇੰਤਜ਼ਾਰ ਨਹੀਂ ਹੋ ਰਿਹਾ।
ਹੁਣ ਪਹਿਲਾ ਕੁਰਿੰਥੀਆਂ ਵਿੱਚ 15 ਦੀ 53 ਵਿੱਚ ਇਸ ਤਰ੍ਹਾਂ ਲਿਖਿਆ ਹੈ, ਇਸ ਭ੍ਰਿਸ਼ਟ ਲਈ ਇਸ ਨੂੰ ਭ੍ਰਿਸ਼ਟਾਚਾਰ ਕਰਨਾ ਚਾਹੀਦਾ ਹੈ ਅਤੇ ਇਹ ਮਨੁੱਖ ਅਮਰਤਾ ਨੂੰ ਜ਼ਰੂਰ ਪਾਉਣਾ ਚਾਹੀਦਾ ਹੈ। ਪ੍ਰਕਾਸ਼ਨ 21 ਦੀ 4 ਅਤੇ ਪਰਮੇਸ਼ਵਰ ਪੂੰਝੇਗਾ ਉਹਨਾਂ ਦੀਆਂ ਅੱਖਾਂ ਵਿੱਚੋਂ ਹੋਰ ਹੰਝੂ, ਉੱਥੇ ਹੋਵੇਗਾ ਹੁਣ ਨਾ ਤਾਂ ਮੌਤ, ਨਾ ਦੁੱਖ, ਨਾ ਹੀ ਕੋਈ ਰੋਣਾ। ਪਹਿਲਾਂ ਵਾਲੀਆਂ ਚੀਜ਼ਾਂ ਨੂੰ ਹੁਣ ਕੋਈ ਵੀ ਦਰਦ ਨਹੀਂ ਹੋਵੇਗਾ, ਸਭ ਕੁਝ ਮਰ ਗਿਆ ਹੈ। ਯਸ਼ਾਇਆ 40 ਦੀ 31 ਵਿੱਚ, ਪਰ ਜੋ ਪ੍ਰਭੂ ਦੀ ਉਡੀਕ ਕਰਦੇ ਹਨ ਉਹਨਾਂ ਦੀ ਤਾਕਤ ਨੂੰ ਨਵਾਂ ਰੂਪ ਦੇ ਦੇਗਾ, ਉਹ ਉੱਪਰ ਚੜਾਏ ਜਾਣਗੇ, ਈਗਲ ਵਰਗੇ ਖੰਭਾਂ ਨਾਲ ਉਹ ਦੌੜਨਗੇ ਅਤੇ ਕਦੇ ਥੱਕੇਂਗੇ ਨਹੀਂ, ਉਹ ਤੁਰਨਗੇ ਤੇ ਬੇਹੋਸ਼ ਨਹੀਂ ਹੋਣਗੇ। ਗਿਆਨ ਪ੍ਰਾਪਤ ਕਰਨ ਨਾਲ ਨਾ ਤਾਂ ਮਨ ਥੱਕਦਾ ਹੈ ਤੇ ਨਾ ਊਰਜਾ ਖਤਮ ਹੁੰਦੀ ਹੈ। ਇਹ ਲਿਖਤ ਸਾਨੂੰ ਦੱਸਦੀ ਹੈ ਕਿ ਅਸੀਂ ਜਾਣਦੇ ਹਾਂ ਕਿ ਜੋ ਸਵਰਗ ਦਾ ਟੀਜ਼ਰ ਹੈ, ਜਿਵੇਂ ਕਿ ਪਹਿਲਾ ਕੁਰਿੰਥੀਓ 2 ਦੀ 9 ਵਿੱਚ ਲਿਖਿਆ ਹੈ, ਪਰ ਜਿਵੇਂ ਲਿਖਿਆ ਗਿਆ ਹੈ ਪਹਿਲਾ ਕੁਰਿੰਥੀਓ 2 ਦੀ 9 ਵਿੱਚ ਇਸ ਤਰ੍ਹਾਂ ਲਿਖਿਆ ਹੈ, ਪਰ ਅੱਖਾਂ ਨੇ ਨਾ ਤਾਂ ਉਹ ਵੇਖਿਆ, ਨਾ ਕੰਨਾਂ ਨੇ ਸੁਣਿਆ ਤੇ ਨਾ ਹੀ ਕੰਨਾਂ ਦੇ ਅੰਦਰ ਦਾਖਲ ਹੋਇਆ ਜੋ ਮਨੁੱਖ ਦੇ ਦਿਲ ਵਿੱਚ ਉਹ ਚੀਜ਼ਾਂ ਜੋ ਪਰਮੇਸ਼ਵਰ ਨੇ ਉਸ ਨੂੰ ਪਿਆਰ ਜੋ ਕਰਦੇ ਹਨ ਉਹਨਾਂ ਲਈ ਤਿਆਰ ਕੀਤੀਆਂ ਹਨ। ਮੱਤੀ 8 ਦੀ 11 ਵਿੱਚ ਇਸ ਤਰ੍ਹਾਂ ਲਿਖਿਆ ਹੈ, ਅਤੇ ਮੈਂ ਤੁਹਾਨੂੰ ਕਹਿੰਦਾ ਹਾਂ ਇਹ ਕਿ ਬਹੁਤ ਸਾਰੇ ਲੋਕ ਪੂਰਬ ਅਤੇ ਪੱਛਮ ਤੋਂ ਆਉਣਗੇ ਅਤੇ ਅਬਰਾਹਮ, ਇਸਹਾਕ, ਯਾਕੂਬ ਨਾਲ ਬੈਠ ਜਾਣਗੇ ਸਵਰਗ ਦੇ ਰਾਜ ਵਿੱਚ। ਕੀ ਤੁਸੀਂ ਇਹ ਸੁਣਿਆ ਸੀ? ਅਸੀਂ ਮਹਾਨ ਅਧਿਆਤਮਕ ਨਾਲ ਬੈਠਣ ਜਾ ਰਹੇ ਹਾਂ। ਯੁਗਾਂ ਦੇ ਸਾਰੇ ਯੁਗਾਂ ਤੋਂ ਪਰਮੇਸ਼ਵਰ ਦੇ ਵਿਸ਼ਵਾਸ ਦੇ ਨਾਇਕ ਉੱਥੇ ਹੋਣਗੇ। ਬਾਈਬਲ ਦੇ ਮੁੱਲ ਜੋ ਅਸੀਂ ਕੇਵਲ ਪੜ੍ਹਦੇ ਹੀ ਹਾਂ ਤੇ ਅਸੀਂ ਅੱਜ ਤੱਕ ਉਹਨਾਂ ਨੂੰ ਮਿਲੇ ਨਹੀਂ। ਇਸ ਬਾਰੇ ਸੋਚੋ ਕਿ ਕਿਵੇਂ ਹੋਣ ਜਾ ਰਿਹਾ ਹੈ। ਸ਼ਾਇਦ ਇੱਕ ਦਿਨ ਤੁਸੀਂ ਆਪਣੇ ਅੰਦਰ ਇੱਕ ਸੁੰਦਰ ਘਰ ਵਿੱਚ ਕੰਮ ਕਰ ਰਹੇ ਹੋਵੋਗੇ, ਬਗੀਚੇ, ਅਤੇ ਇੱਕ ਆਦਮੀ ਨੂੰ ਗਲੀ ਵਿੱਚ ਪੈਦਲ ਚੱਲਦੇ ਹੋਏ ਵੇਖਿਆ ਅਤੇ ਕਹੋ ਇਹ ਆਦਮ ਵਰਗਾ ਲੱਗਦਾ ਹੈ, ਅਤੇ ਉਹ ਤੁਹਾਡੇ ਵੱਲ ਚੱਲਦਾ ਹੋਇਆ ਆਉਂਦਾ ਹੈ ਤੇ ਕਹਿੰਦਾ ਹੈ, ਹਾਏ ਮੈਂ ਆਦਮ ਹੀ ਹਾਂ, ਮੈਂ ਤੁਹਾਡੀਆਂ ਸਟ੍ਰਾਬੇਰੀਆਂ ਦੀ ਸ਼ਲਾਘਾ ਕਰਦਾ ਹੋਇਆ ਆ ਰਿਹਾ ਹਾਂ। ਅਤੇ ਤੁਸੀਂ ਆਓ ਇਕੱਠੇ ਬੈਠ ਜਾਂਦੇ ਹੋ ਤੇ ਤੁਸੀਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹੋ ਜੀਵਨ ਬਾਰੇ ਅਤੇ ਯੀਸ਼ੂ ਦੀਆਂ ਗੱਲਾਂ ਕਰਕੇ ਤੁਹਾਨੂੰ ਇਕੱਠਿਆਂ ਨੂੰ ਖੁਸ਼ੀ ਸਾਂਝਾ ਕਰਦੇ ਹੋ। ਤੇ ਸ਼ਾਇਦ ਇੱਕ ਦਿਨ ਤੁਸੀਂ ਮੂਸਾ ਨੂੰ ਮਿਲਦੇ ਹੋ ਜਿਸਨੇ 10 ਹੁਕਮ ਪ੍ਰਾਪਤ ਕੀਤੇ ਸਨ ਤੇ ਪਰਮੇਸ਼ਵਰ ਦੇ ਹੱਥਾਂ ਨਾਲ ਲਿਖੇ ਹੋਏ ਜੋ ਕਿ ਸਨ। ਮੂਸਾ ਇਸ ਬਾਰੇ ਤੁਹਾਡੇ ਨਾਲ ਵਿਸਥਾਰ ਨਾਲ ਸਾਂਝਾ ਕਰਦਾ ਹੈ ਕਿ ਕਿਹੋ ਜਿਹਾ ਸੀ ਲਾਲ ਸਾਗਰ ਵਿੱਚੋਂ ਗੁਜ਼ਰਨਾ। ਮਿਸਰ ਦੇ ਲੋਕ ਪਿੱਛੇ ਸਨ ਅਤੇ ਵਿਸ਼ਵਾਸੀ ਸਨ ਜੋ ਕਿ ਪਾਣੀ ਦੇ ਵਿੱਚ ਚੱਲ ਰਹੇ ਸਨ ਉਸਦੇ ਨਾਲ। ਇਸਨੂੰ ਕਿੰਨਾ ਸਮਾਂ ਲੱਗਿਆ ਤੇ ਉਹ ਯਾਦ ਕਰਦਾ ਹੈ ਕਿ ਉਹਨਾਂ ਦੀ ਅਗਵਾਈ ਕਰਨਾ ਕਿਹੋ ਜਿਹਾ ਸੀ ਜਦੋਂ 40 ਸਾਲਾਂ ਲਈ ਇਜ਼ਰਾਈਲ ਦੇ ਬੱਚੇ ਜੰਗਲ ਵਿੱਚ ਸਨ। ਇਸ ਤੋਂ ਬਾਅਦ ਸ਼ਾਇਦ ਤੁਸੀਂ ਦਾਨੀਅਲ ਨੂੰ ਮਿਲਦੇ ਹੋ ਜੋ ਕਿ ਸ਼ੇਰਾਂ ਨਾਲ ਕੁਸ਼ਤੀ ਖੇਡਦੇ ਹੋਏ ਤੁਹਾਨੂੰ ਉਸਦੇ ਬਾਰੇ ਦੱਸਦਾ ਹੈ। ਤੁਸੀਂ ਭੱਜ ਕੇ ਉਹਨਾਂ ਦੇ ਦੋਸਤ ਬਣ ਜਾਂਦੇ ਹੋ ਜਿਵੇਂ ਉਹ ਸਾਂਝਾ ਕਰਦਾ ਹੈ ਉਸਦਾ ਸ਼ੇਰ ਦਾ ਅਨੁਭਵ ਤੁਹਾਡੇ ਨਾਲ। ਜੋ ਤੁਸੀਂ ਡੈਨੀਅਲ ਨੂੰ ਪੁੱਛਦੇ ਹੋ ਕਿ ਤੁਸੀਂ ਡਰਦੇ ਸੀ, ਉਹ ਖੁਸ਼ੀ ਦੇ ਹੰਝੂਆਂ ਨਾਲ ਜਵਾਬ ਦਿੰਦਾ ਹੈ, ਮੈਂ ਆਪਣੇ ਰੱਬ ਤੇ ਭਰੋਸਾ ਕੀਤਾ। ਪਰ ਸਭ ਤੋਂ ਵੱਧ ਸਵਰਗ ਵਿੱਚ ਇੱਕ ਸਥਾਨ ਹੈ ਯੀਸ਼ੂ ਨਾਲ ਸੰਗਤੀ ਕਰਨ ਦੇ ਲਈ। ਸਾਡਾ ਮਸੀਹ ਜੋ ਸਾਡੇ ਲਈ ਮਰ ਗਿਆ ਸੀ, ਜਿਸਨੇ ਸਾਡੇ ਲਈ ਆਪਣੇ ਹੱਥਾਂ ਵਿੱਚ ਕੀਲਾਂ ਠੁਕਵਾਈਆਂ ਸਨ। ਉਹ ਆਦਮੀ ਜਿਸ ਨੂੰ ਸਿਰ ਤੇ ਤਾਜ ਮਿਲਿਆ ਸੀ ਪਰ ਕੰਡਿਆਂ ਦਾ, ਸਿਰਫ ਉਹ ਹੀ ਜਿਸਨੇ ਸਾਡੇ ਲਈ ਖੂਨ ਵਹਾਇਆ ਸੀ। ਯਸ਼ਾਇਆ 66 ਦੀ 23 ਕਹਿੰਦੀ ਹੈ, ਇੱਕ ਸਰਬੱਬ ਤੋਂ ਦੂਜੇ ਤੱਕ ਸਾਰੇ ਸਰੀਰ ਮੇਰੇ ਸਾਹਮਣੇ ਆਰਾਧਨਾ ਕਰਨ ਲਈ ਆਉਣਗੇ। ਪ੍ਰਭੂ ਯੀਸ਼ੂ ਕਹਿੰਦਾ ਹੈ, ਮੈਂ ਨਿੱਜੀ ਤੌਰ ਤੇ ਤੁਹਾਨੂੰ ਇਹ ਦੱਸਣ ਲਈ ਇੰਤਜ਼ਾਰ ਨਹੀਂ ਕਰ ਸਕਦੀ, ਪਰ ਮੈਂ ਤੁਹਾਨੂੰ ਦੱਸ ਰਹੀ ਹਾਂ ਦੋਸਤੋ, ਜਿਸ ਦਿਨ ਤੁਸੀਂ ਸਵਰਗੀ ਮੰਦਿਰ ਦੇ ਵਿੱਚ ਚੱਲ ਰਹੇ ਹੋਗੇ ਤਾਂ ਯੀਸ਼ੂ ਤੁਹਾਡੇ ਸਾਹਮਣੇ ਆ ਕੇ ਖੜਾ ਹੁੰਦਾ ਹੈ ਤੇ ਮੁਸਕਰਾਉਂਦਾ ਹੈ। ਸਭ ਤੋਂ ਸੁੰਦਰ ਮੁਸਕਾਨ ਜੋ ਕਿ ਤੁਸੀਂ ਕਦੀ ਦੇਖੀ ਨਹੀਂ ਹੋਵੇਗੀ। ਜਿੱਦਾਂ ਹੀ ਉਹ ਤੁਹਾਡੇ ਵੱਲ ਵੇਖਦਾ ਹੈ ਉਹ ਆਪਣਾ ਹੱਥ ਵਧਾਉਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਤੁਹਾਡੇ ਨਾਲ ਤੁਰਨਾ ਚਾਹੁੰਦਾ ਹਾਂ। ਤੁਸੀਂ ਦਾਣਿਆਂ ਵਾਲੇ ਖੇਤ ਵਿੱਚੋਂ ਗੁਜ਼ਰਦੇ ਹੋ ਅਤੇ ਯੀਸ਼ੂ ਉਹਨਾਂ ਵਿੱਚੋਂ ਕੁਝ ਤੋੜ ਕੇ ਤੁਹਾਨੂੰ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਇਸ ਨੂੰ ਖਾਓ ਅਤੇ ਇਸ ਦਾ ਸਵਾਦ ਚੱਖੋ। ਅਤੇ ਇਕੱਠਿਆਂ ਤੁਸੀਂ ਇੱਕ ਪਹਾੜੀ ਤੋਂ ਲੰਘਦੇ ਹੋ ਤੇ ਉਹ ਕਹਿੰਦਾ ਹੈ, ਇਹਨਾਂ ਫੁੱਲਾਂ ਨੂੰ ਵੇਖੋ, ਕੀ ਇਹ ਸ਼ਾਨਦਾਰ ਨਹੀਂ ਹਨ? ਬ੍ਰਹਮੰਡ ਵਿੱਚ ਉਹਨਾਂ ਵਰਗੇ ਹੋਰ ਕੋਈ ਸੁੰਦਰ ਫੁੱਲ ਨਹੀਂ ਹਨ। ਜਾਮਨੀ, ਗੁਲਾਬੀ, ਲਾਲ, ਨੀਲੇ ਰੰਗ ਨੂੰ ਵੇਖੋ, ਇਸ ਤਰ੍ਹਾਂ ਦਾ ਕੋਈ ਖੇਤਰ ਨਹੀਂ ਹੈ। ਮੈਂ ਇੱਕ ਗੁਲਦਸਤਾ ਖਾਸ ਕਰਕੇ ਤੁਹਾਡੇ ਲਈ ਬਣਾਇਆ ਹੈ ਅਤੇ ਮੈਂ ਇਸ ਦੇ ਨਾਲ ਇੱਕ ਪੂਰੀ ਪਹਾੜੀ ਦੇ ਕਿਨਾਰੇ ਨੂੰ ਪੇਂਟ ਕੀਤਾ ਹੈ। ਅਤੇ ਅਚਾਨਕ ਤੁਸੀਂ ਫਰਿਸ਼ਤਿਆਂ ਦੀ ਇੱਕ ਸੁਰ ਸੁਣਦੇ ਹੋ ਅਤੇ ਯੀਸ਼ੂ ਕਹਿੰਦਾ ਹੈ ਕਿ ਉਹ ਗੀਤ ਗਾ ਰਹੇ ਹਨ, ਤੁਸੀਂ ਮੇਰੇ ਲਈ ਬਹੁਤ ਕੀਮਤੀ ਹੋ, ਸਭ ਤੋਂ ਕੀਮਤੀ। ਅਤੇ ਮੈਂ ਦਰਦ ਵਿੱਚ ਆ ਗਿਆ ਹੁੰਦਾ, ਦਰਦ, ਦੁੱਖ ਅਤੇ ਅੰਤ ਦਾ ਹਨੇਰਾ, ਜੇ ਇਹ ਸਾਰਾ ਦਰਦ, ਦੁੱਖ, ਤਕਲੀਫ ਮੈਂ ਤੁਹਾਨੂੰ ਬਚਾਉਣ ਲਈ ਕੀਤੀ ਹੈ। ਅਤੇ ਉਹ ਤੁਹਾਡੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਹੈ ਕਿ ਮੇਰੇ ਕੋਲ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ, ਤੁਸੀਂ ਖਾਸ ਹੋ, ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਵਿਸ਼ੇਸ਼ ਬਣਾਇਆ ਹੈ। ਤੁਸੀਂ ਇੱਕ ਵਿਦਵਾਨ ਹੋ, ਤੁਸੀਂ ਮੇਰੇ ਕੀਮਤੀ ਖਜ਼ਾਨੇ ਹੋ, ਕਿਉਂਕਿ
ਜੇ ਮੈਂ ਤੁਹਾਨੂੰ ਗਵਾ ਦਿੰਦਾ ਤੇ ਮੈਂ ਕਦੇ ਉਸ ਥਾਂ ਨਹੀਂ ਲੈ ਸਕਦਾ ਸੀ। ਮਸੀਹ ਧਰਤੀ ਤੇ ਆਇਆ ਅਤੇ ਤੁਹਾਡੇ ਲਈ ਸਾਰੇ ਸਵਰਗ ਨੂੰ ਬਾਹਰ ਕੱਢ ਦਿੱਤਾ। ਪਰਮੇਸ਼ਵਰ ਦਾ ਬਚਾਅ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਹੈਰਾਨੀਜਨਕ ਹੈ। ਕਦੇ ਵੀ ਇਹ ਮਹਿਸੂਸ ਕਰ ਸਕਦਾ ਹੈ। ਤੁਹਾਡੇ ਲਈ ਪਰਮੇਸ਼ਵਰ ਦੀ ਯੋਜਨਾਵਾਂ ਕਲਪਨਾ ਯੋਗ ਨਹੀਂ ਹਨ। ਕੀ ਕੋਈ ਚੀਜ਼ ਹੈ ਜਾਂ ਕੋਈ ਅਜਿਹਾ ਵਿਅਕਤੀ ਜੋ ਤੁਹਾਨੂੰ ਰੱਖ ਰਿਹਾ ਹੈ? ਮਸੀਹ ਦੇ ਆਉਣ ਲਈ ਤਿਆਰ ਹੋਣ ਤੋਂ ਦੂਰ। ਇਸ ਸਮੇਂ ਯਿਸੂ ਤੁਹਾਡੇ ਲਈ ਤਿਆਰੀ ਕਰ ਰਿਹਾ ਹੈ ਸਵਰਗ ਵਿੱਚ, ਤਾਂ ਜੋ ਤੁਸੀਂ ਉਸ ਨਾਲ ਰਹਿ ਸਕੋ। ਉਹ ਤੁਹਾਡੇ ਨਾਲ ਸਦੀਵੀ ਜੀਵਨ ਬਿਤਾਉਣਾ ਚਾਹੁੰਦਾ ਹੈ। ਕੀ ਇਹ ਤੁਹਾਡੀ ਇੱਛਾ ਹੈ ਕਿ ਉਹ ਹਮੇਸ਼ਾ ਉਸ ਦੇ ਨਾਲ ਰਹੋ? ਕੀ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਣ ਕਰਨਾ ਚਾਹੁੰਦੇ ਹੋ ਅਤੇ ਤੁਹਾਡੇ ਜੀਵਨ ਵਾਸਤੇ ਉਸ ਕੋਲ ਜੋ ਸ਼ਾਨਦਾਰ ਯੋਜਨਾਵਾਂ ਹਨ ਉਸ ਦਾ ਅਨੁਸਰਨ ਕਰੋ? ਦੋਸਤੋ, ਆਓ ਇਕੱਠੇ ਪ੍ਰਾਰਥਨਾ ਕਰੀਏ। ਸਵਰਗੀ ਪਿਤਾ, ਮੈਂ ਅੱਜ ਰਾਤ ਤੁਹਾਨੂੰ ਧੰਨਵਾਦ ਕਰਦਾ ਹਾਂ ਤੇ ਮੈਂ ਸਿਰਫ ਇੱਕ ਚੀਜ਼ ਚਾਹੁੰਦੀ ਹਾਂ, ਤੁਹਾਡੇ ਸਵਰਗ ਵਾਲੇ ਘਰ ਵਿੱਚ ਰਹਿਣਾ ਸਦੀਵੀ ਦੇ ਲਈ ਅਤੇ ਤੁਹਾਡੀ ਸੁੰਦਰਤਾ ਵੱਲ ਨਿਹਾਰਨ ਦੇ ਲਈ। ਮੈਂ ਅਨੰਤਤਾ ਲਈ ਤੁਹਾਡੇ ਕੋਲ ਰਹਿਣਾ ਚਾਹੁੰਦੀ ਹਾਂ। ਪ੍ਰਭੂ, ਤੁਸੀਂ ਜਾਣਦੇ ਹੋ ਉਹਨਾਂ ਸਾਰੇ ਦਿਲਾਂ ਨੂੰ ਜੋ ਇਸ ਵਕਤ ਤੁਹਾਨੂੰ ਸੁਣ ਰਹੇ ਹਨ ਅਤੇ ਤੁਹਾਡੇ ਨਾਲ ਸਵਰਗ ਵਿੱਚ ਰਹਿਣ ਦੇ ਚਾਹਵਾਨ ਹਨ। ਉਹਨਾਂ ਦੀ ਮਦਦ ਕਰੋ ਤਾਂ ਜੋ ਉਹ ਹਰ ਰੋਜ਼ ਫੈਸਲੇ ਲੈ ਸਕਣ ਜੋ ਕਿ ਉਹਨਾਂ ਨੂੰ ਤੁਹਾਡੇ ਕੋਲ ਖਿੱਚਣ, ਉਹਨਾਂ ਨੂੰ ਤੁਹਾਡੇ ਹੋਰ ਨਜ਼ਦੀਕ ਲੈ ਕੇ ਆਣ। ਯਿਸੂ ਦੇ ਬਹੁਮੁੱਲੇ ਅਤੇ ਸ਼ਕਤੀਸ਼ਾਲੀ ਨਾਮ 'ਚ ਆਮੀਨ। ਦੋਸਤੋ, ਮੈਂ ਤੁਹਾਨੂੰ ਸਾਡੇ ਨਾਲ ਗੱਲਬਾਤ ਕਰਨ ਲਈ ਸੱਦਾ ਦਿੰਦੀ ਹਾਂ। ਚੈਟ ਵਿੱਚ ਜਾ ਕੇ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ। ਸਾਡੇ ਆਨਲਾਈਨ ਬਾਈਬਲ ਇੰਸਟ੍ਰਕਟਰ ਦਾ ਕੋਈ ਵੀ ਤੁਸੀਂ ਸਵਾਲ ਪੁੱਛ ਸਕਦੇ ਹੋ। ਕਿ ਤੁਹਾਨੂੰ ਜਾਣ ਕੇ ਆਰਾਮ ਮਿਲਿਆ ਕਿ ਉਹ ਛੇਤੀ ਵਾਪਸ ਆ ਰਿਹਾ ਹੈ ਤੁਹਾਨੂੰ ਆਪਣੇ ਘਰ ਲੈ ਕੇ ਜਾਣ ਦੇ ਲਈ, ਜੋ ਕਿ ਤੁਹਾਡਾ ਵੀ ਹੈ ਆਪਣੇ ਬੱਚੇ ਵਾਂਗ। ਜੇ ਤੁਸੀਂ ਉਸਦੇ ਬੱਚੇ ਬਣਨ ਦਾ ਨਿਰਣੇ ਲੈਣਾ ਚਾਹੁੰਦੇ ਹੋ, ਆਪਣੀ ਵਚਨਬੱਧਤਾ ਨੂੰ ਦੁਬਾਰਾ ਨਿਭਾਉਣਾ ਚਾਹੁੰਦੇ ਹੋ, ਤਾਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਅਤੇ ਸਾਨੂੰ ਦੱਸੋ। ਪਰਮੇਸ਼ਵਰ ਤੁਹਾਨੂੰ ਹਰੇਕ ਨੂੰ ਆਸ਼ੀਰਵਾਦ ਦੇਵੇ। ਮੈਂ ਤੁਹਾਨੂੰ ਕੱਲ ਰਾਤ ਇਸ ਵਿਸ਼ੇ ਨੂੰ ਸਾਂਝਾ ਕਰਨ ਲਈ ਉਤਸੁਕਤਾ ਨਾਲ ਉਡੀਕ ਕਰਦੀ ਹਾਂ, ਜਿਸ ਦਾ ਸਿਰਲੇਖ ਹੈ ਉਜਾੜਾ। ਕਿਰਪਾ ਕਰਕੇ ਬਾਈਬਲ ਦੀ ਭਵਿੱਖਬਾਣੀਆਂ ਨੂੰ ਅਨਲੌਕ ਕਰਨ ਲਈ ਦੁਬਾਰਾ ਸਾਡੇ ਨਾਲ ਜੁੜੋ। ਪਰਮੇਸ਼ਵਰ ਦਾ ਰਸਤਾ ਚੁਣੋ। ਗੁੱਡ ਨਾਈਟ ਦੋਸਤੋ, ਸ਼ਬਕ ਹੈ।